आप लिहो तुम कथा सुधारी। सतनाम श्री वाहिगुरु साहिब जी। तोहरा मती दास प्रभ पुर गयो, कंप उठे सिख और ਧਰ ਕਰ ਤਰਾਸ ਬਿਸਾਲ ਕੋ ਭਿਖਕਾਰਾ ਗ੍ਰਹਿ ਠਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਚਰਨਾਂ 'ਚ ਸੁਭਾਏਮਾਨ ਹੋ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਹਨ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਇਸ ਸੰਸਾਰ ਵਿੱਚ ਪ੍ਰਕਾਸ਼ ਰੋਸ਼ਨੀ ਗੁਰਬਾਣੀ ਤੋਂ ਬਿਨਾਂ ਹੋ ਨਹੀਂ ਸਕਦੀ। ਗੁਰਬਾਣੀ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਗੁਰਬਾਣੀ ਚਾਨਣਾ ਕਰਦੀ ਹੈ, ਪ੍ਰਕਾਸ਼ ਕਰਦੀ ਹੈ, ਰੋਸ਼ਨੀ ਕਰਦੀ ਹੈ। ਉਹ ਰੋਸ਼ਨੀ ਸੰਸਾਰ ਦੀਆਂ ਰੋਸ਼ਨੀਆਂ ਤੋਂ ਨਿਰਾਲੀ ਰੋਸ਼ਨੀ ਹੈ। ਬਾਹਰ ਦੀਆਂ ਰੋਸ਼ਨੀਆਂ ਬਾਹਰ ਦਾ ਪਸਾਰਾ ਦਿਖਾਉਂਦੀਆਂ ਹਨ। ਗੁਰਬਾਣੀ ਦੀ ਰੋਸ਼ਨੀ ਸਾਡੇ ਅੰਦਰ ਦਾ ਸਰੂਪ, ਸਾਡੀ ਆਤਮਾ ਦਾ ਸਰੂਪ ਦਰਸ਼ਨ ਕਰਾਉਂਦੀ ਹੈ। ਆਪ ਜੀ ਨੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਸੁਰਤੀ ਜੋੜੀਏ। ਜਦੋਂ ਔਰੰਗਜ਼ੇਬ ਪਾਪੀ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਗੁਰੂ ਸਾਹਿਬ ਜੀ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ। ਅਰਧੋ ਅਰਧ ਚੀਰ ਕਰ ਡਾਰਾ, ਅੱਧੋ ਅੱਧਾ ਦੋ ਹਿੱਸਿਆਂ ਵਿੱਚ ਦੋ ਫਾੜ ਕਰ ਦਿੱਤਾ। ਦੋਨੋਂ ਤਨ 'ਤੇ ਜਪਜੀ ਪੜ੍ਹੈ। ਦੋਵੇਂ ਹਿੱਸੇ, ਇੱਕ ਸੱਜੇ ਪਾਸੇ ਡਿੱਗਾ, ਇੱਕ ਖੱਬੇ ਪਾਸੇ ਡਿੱਗਾ। ਉਹਨਾਂ ਦੋਵਾਂ ਹਿੱਸਿਆਂ ਵਿੱਚੋਂ ਸ੍ਰੀ ਜਪਜੀ ਸਾਹਿਬ ਦੀਆਂ ਪੌੜੀਆਂ ਸੁਣਾਈ ਦੇ ਰਹੀਆਂ ਸਨ। ਤੁਰਕ ਵੇਖ ਕੇ ਹੈਰਾਨ ਸਨ ਵੀ ਇਹ ਤਾਂ ਮਰਿਆ ਵੀ ਜਿਉਂਦਾ ਹੈ, ਇਹ ਮਰ ਕੇ ਵੀ ਬਾਣੀ ਪੜ੍ਹ ਰਿਹਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਗੁਰੂ ਦੇ ਸਨਮੁਖ ਸ਼ਹੀਦ ਹੋ ਗਏ। ਉਹਨਾਂ ਦੀ ਸ਼ਹਾਦਤ ਦੇ ਨਾਲ ਜਿੱਥੇ ਗੁਰੂ ਦੇ ਪਿਆਰਿਆਂ ਦੇ ਨਿਸ਼ਚੇ ਹੋਰ ਪੱਕੇ ਹੋਏ, ਉੱਥੇ ਕੁਝ ਸਾਡੇ ਵਰਗੇ ਦੁਨਿਆਵੀ ਖਿਆਲ ਵਾਲੇ ਸਿੱਖ ਭੈ ਭੀਤ ਵੀ ਹੋ ਗਏ, ਕਿਉਂਕਿ ਇੱਕ ਐਸੀ ਅਵਸਥਾ ਸਾਰੇ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਸ ਸਕੂਲ ਵਿੱਚ ਪੜ੍ਹਨ ਵਾਸਤੇ ਸੀਸ ਦੀ ਫੀਸ ਦੇਣੀ ਪੈਂਦੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿਸ ਤਰ੍ਹਾਂ ਭਾਈ ਮਤੀ ਦਾਸ ਜੀ ਪ੍ਰਵਾਨ ਚੜ੍ਹੇ। ਉਹਨਾਂ ਦੇ ਭਰਾਤਾ ਭਾਈ ਸਤੀ ਦਾਸ ਜੀ ਨੂੰ ਵੀ ਰੂਈ 'ਚ ਲਪੇਟ ਕੇ ਜ਼ਾਲਮ ਸਰਕਾਰ ਨੇ ਜਿਉਂਦਿਆਂ ਸਾੜ ਦਿੱਤਾ। ਭਾਈ ਦਿਆਲੇ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਅਡੋਲ ਹਨ, ਪਰ ਕੁਝ ਸਿੱਖ ਜਿਹੜੇ ਮਹਾਰਾਜ ਦੇ ਨਾਲ ਦਿੱਲੀ ਦੀ ਜੇਲ੍ਹ ਵਿੱਚ ਸਨ, ਉਹਨਾਂ ਨੂੰ ਕੁਝ ਭੈ ਵੀ ਆਇਆ ਹੈ। ਆਓ ਉਹਨਾਂ ਦੇ ਮਨ ਦੀ ਦਸ਼ਾ ਕੀ ਹੈ ਉਹ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਮਤੀ ਦਾਸ ਪ੍ਰਭ ਪੁਰ ਗਇਓ। ਭਾਈ ਸਾਹਿਬ ਭਾਈ ਮਤੀ ਦਾਸ ਜੀ ਗੁਰੂ ਦੇ ਸਨਮੁਖ ਰਹਿ ਕੇ ਤਨ ਆਰੇ ਨਾਲ ਚਿਰਵਾ ਲਿਆ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਈ ਸਾਹਿਬ ਜਦੋਂ ਸੱਚਖੰਡ ਪਿਆਨਾ ਕਰ ਗਏ, ਕੰਪ ਉਠੇ ਸਿੱਖ ਔਰ। ਹੋਰ ਜਿਹੜੇ ਸਿੱਖ ਥੋੜ੍ਹੇ ਭੈ ਵਾਲੇ ਸਨ, ਮਨ ਵਿੱਚ ਡਰ ਰੱਖਣ ਵਾਲੇ ਸਨ, ਉਹ ਡਰ ਗਏ ਹਨ। ਧਰ ਕਰ ਤਰਾਸ ਬਿਸਾਲ ਕੋ। ਉਹਨਾਂ ਸਿੱਖਾਂ ਨੇ ਮਨ ਵਿੱਚ ਵੱਡਾ ਭਾਰੀ ਡਰ ਮੰਨ ਕੇ ਭਿਖਕਾਰਾ ਗ੍ਰਹਿ ਠਾਰ। ਜੇਲ੍ਹ ਦੀਆਂ ਕਾਲ ਕੋਠੜੀਆਂ ਵੱਲ ਵੇਖਿਆ ਹੈ। ਸਾਧ ਸੰਗਤ ਜੀ, ਇਹ ਕਥਾ ਕਰ ਲੈਣੀ ਵੀ ਸੌਖੀ ਹੈ, ਇਹ ਕਥਾ ਸੁਣ ਲੈਣੀ ਵੀ ਸੌਖੀ ਹੈ, ਪਰ ਜਦੋਂ ਇਹੋ ਜਿਹਾ ਸਮਾਂ ਕਿਸੇ 'ਤੇ ਆਉਂਦਾ ਹੈ, ਉਸ ਵੇਲੇ ਉਸ ਸਮੱਸਿਆ ਦਾ, ਉਸ ਪਰਿਸਥਿਤੀ ਦਾ ਸਾਹਮਣਾ ਕਰਨਾ
ਵਿਰਲੇ ਬੰਦਿਆਂ ਦੇ ਵੱਸ ਦੀ ਗੱਲ ਹੁੰਦੀ ਹੈ। ਵੱਡੇ ਵੱਡੇ ਡੋਲ ਜਾਂਦੇ ਹਨ। ਮੌਤ ਦਾ ਨਾਂ ਹੀ ਬੜਾ ਭਿਆਨਕ ਹੈ। ਮੌਤ ਨੂੰ ਵੇਖ ਕੇ ਹਰ ਕੋਈ ਤੜਫਣ ਲੱਗ ਜਾਂਦਾ ਹੈ। ਧੰਨ ਗੁਰੂ ਕੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਹੋਏ ਨੇ, ਜਿਨ੍ਹਾਂ ਨੇ ਆਪਣੇ ਗੁਰੂ ਦੇ ਸਾਹਮਣੇ ਸਿੱਖੀ ਸਿਦਕ ਨਿਭਾ ਦਿੱਤਾ ਹੈ। ਚੌਪਈ ਨਿਸਾ ਪਰੀ ਬੜ ਪਇਓ ਅੰਧੇਰਾ, ਰਾਤ ਪੈ ਗਈ ਹੈ, ਹਨੇਰਾ ਹੋ ਗਿਆ ਹੈ। ਹਾਥ ਜੋਰ ਬੋਲੇ ਤਸਬੇਰਾ, ਉਹ ਸਿੱਖ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹਨ। ਸੁਨਹੁ ਗੁਰੂ ਜੀ ਹਤੇ ਕੁਥਾਏ, ਹੇ ਗੁਰੂ ਜੀ, ਬੜੇ ਕਸੂਤੇ ਫਸ ਗਏ ਹਾਂ, ਕੁਥਾਏ ਮਾਰੇ ਗਏ ਹਾਂ। ਤੁਰਕੇਸ਼ਰ ਹਠ ਅਦਕ ਵਧਾਏ, ਔਰੰਗਜ਼ੇਬ ਬੜੀ ਜਿੱਦ ਕਰ ਰਿਹਾ ਹੈ, ਬੜਾ ਹੱਠ ਕਰ ਰਿਹਾ ਹੈ। ਮਹਾਰਾਜ ਦੇਖੋ, ਅੱਜ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ ਉਸਨੇ ਸ਼ਹੀਦ ਕਰ ਦਿੱਤਾ ਹੈ। ਅਬ ਹਨ ਛੋਰਹ ਹਮਕੋ ਜੀਵਤ, ਮਹਾਰਾਜ ਇਹ ਹੁਣ ਸਾਨੂੰ ਜਿਉਂਦਿਆਂ ਨਹੀਂ ਛੱਡੇਗਾ। ਔਰੰਗਜ਼ੇਬ ਸਾਨੂੰ ਇਸੇ ਤਰ੍ਹਾਂ ਤਸੀਹੇ ਦੇ ਦੇ ਕੇ ਮਾਰ ਦੇਵੇਗਾ। ਦਿਨ ਪ੍ਰਤ ਕਸ਼ਟ ਦੇਨ ਪਰ ਥੀਵਤ, ਔਰ ਦਿਨੋਂ ਦਿਨ ਇਹ ਕਸ਼ਟ ਦੇਣ ਤੇ ਲੱਗਾ ਹੋਇਆ, ਦੁੱਖ ਦੇ ਰਿਹਾ ਹੈ ਤੇ ਹੋਰ ਵੀ ਦੁੱਖ ਦੇਵੇਗਾ। ਬੰਧਨ ਪਾਇਨ ਮਹਿ ਪਰਵਾਏ, ਸਾਡੇ ਪੈਰਾਂ ਨੂੰ ਬੇੜੀਆਂ ਪਾਈਆਂ ਹੋਈਆਂ ਨੇ, ਹੱਥਾਂ ਨੂੰ ਹੱਥ ਕੜੀਆਂ ਲਾਈਆਂ ਹੋਈਆਂ ਨੇ, ਗਲ ਵਿੱਚ ਤੌਕ ਪਾਏ ਹੋਏ ਨੇ, ਬਾਹਰ ਹਵਾਲਾਤਾਂ ਦੇ ਤਾਲੇ ਲਾਏ ਹੋਏ ਨੇ, ਤੇ ਸਖਤ ਪਹਿਰੇ ਵਿੱਚ ਅਸੀਂ ਇਸ ਔਰੰਗਜ਼ੇਬ ਦੀ ਕੈਦ ਵਿੱਚ ਫਸੇ ਹੋਏ ਹਾਂ। ਪਹਿਰ ਕਰ ਸੁਚੇਤ ਠਹਰਾਏ, ਕਿੰਨੇ ਪਹਿਰੇਦਾਰ, ਛੱਤਾਂ ਉੱਤੇ ਵੀ ਪਹਿਰੇਦਾਰ ਫਿਰਦੇ ਨੇ, ਦਰਵਾਜ਼ਿਆਂ 'ਤੇ ਵੀ ਪਹਿਰੇਦਾਰ ਫਿਰਦੇ ਨੇ, ਦੀਵਾਰ ਦੇ ਪਿਛਲੇ ਪਾਸੇ ਵੀ ਪਹਿਰੇਦਾਰ ਜਾਗਦੇ ਨੇ। ਨਿਸ ਦਿਨ ਮਹਦ ਹੋਏ ਤਕਰਾਈ, ਦਿਨ ਰਾਤ ਪਹਿਰਾ ਸਖਤ ਹੁੰਦਾ ਜਾ ਰਿਹਾ। ਗੁਰੂ ਜੀ ਇੱਕ ਦਿਨ ਨਾਲੋਂ ਦੂਜੇ ਦਿਨ ਜ਼ਿਆਦਾ ਸਖਤੀ ਕਰਦੇ ਨੇ ਸਾਡੇ ਉੱਤੇ। ਨਹ ਕੈਸੇ ਅਬ ਨਿਕਸਨ ਪਾਈ, ਹੁਣ ਇਸ ਜੇਲ੍ਹ 'ਚੋਂ ਅਸੀਂ ਕਿਸੇ ਤਰ੍ਹਾਂ ਵੀ ਨਿਕਲ ਨਹੀਂ ਸਕਦੇ। ਮਹਾਰਾਜ, ਇਸ ਜੇਲ੍ਹ ਵਿੱਚੋਂ ਕਿਵੇਂ ਛੁੱਟਾਂਗੇ? ਇੱਥੇ ਤਾਂ ਮੌਤ ਸਾਹਮਣੇ ਦਿਸਦੀ ਹੈ। ਸੁਨ ਗੁਰ ਕਹਿਓ ਚਹ ਹੋ ਜੇ ਜਾਨਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਸਿੱਖਾਂ ਦਾ ਮਨ ਦਾ ਜੋ ਹਾਲ ਸੀ ਉਹ ਵੇਖ ਕੇ ਕਹਿਣ ਲੱਗੇ, ਜੇ ਭਾਈ ਤੁਸੀਂ ਜੇਲ੍ਹ 'ਚੋਂ ਛੁੱਟ ਕੇ ਜਾਣਾ ਚਾਹੁੰਦੇ ਹੋ ਤਾਂ ਅਬ ਨਿਸਮਹ ਕਰੋ ਪਿਆਨਾ, ਤਾਂ ਅੱਜ ਦੀ ਰਾਤ ਜਾ ਸਕਦੇ ਹੋ। ਅੱਜ ਰਾਤ ਨੂੰ ਤੁਹਾਨੂੰ ਇਸ ਜੇਲ੍ਹ 'ਚੋਂ ਬਾਹਰ ਕੱਢ ਦਿਆਂਗੇ, ਭੇਜ ਦਿਆਂਗੇ, ਜੇ ਤੁਸੀਂ ਬਚਣਾ ਚਾਹੁੰਦੇ ਹੋ, ਜਾਣਾ ਚਾਹੁੰਦੇ ਹੋ। ਕੈਦ ਤੁਰਕ ਕੀ ਤਜ ਨਿਕਸੀਜੈ, ਤੁਰਕਾਂ ਦੀ ਕੈਦ ਵਿੱਚੋਂ ਨਿਕਲ ਜਾਓ ਜੇ ਤੁਸੀਂ ਜਾਣਾ ਚਾਹੁੰਦੇ ਹੋ। ਚਲੇ ਜਾਹੁ ਨਿਜ ਘਰ ਸੁਖ ਲੀਜੈ, ਜਾਓ ਆਪਣੇ ਘਰਾਂ ਵਿੱਚ, ਆਪਣੇ ਪਰਿਵਾਰਾਂ ਵਿੱਚ ਸੁੱਖ ਨਾਲ ਰਹੋ। ਸੁਨ ਸਿੱਖਿਅਨ ਜਿਨ ਮਨ ਡਰ ਹੌਲੇ, ਜਿਨ੍ਹਾਂ ਦੇ ਸਿੱਖਾਂ ਦੇ ਮਨ ਡੋਲ ਗਏ ਸਨ, ਜਿਨ੍ਹਾਂ ਦੇ ਮਨ ਹੌਲੇ ਪੈ ਗਏ ਸਨ, ਬੋਲੇ ਤਬ ਸ਼ਰਧਾ ਤੇ ਡੋਲੇ, ਉਹ ਡੋਲ ਗਏ ਤੇ ਮਹਾਰਾਜ ਨੂੰ ਇਸ ਤਰ੍ਹਾਂ ਕਹਿਣ ਲੱਗੇ, ਬੰਧਨ ਪਰੇ ਅੰਗ ਮਹਿ ਭਾਰੇ, ਹੇ ਗੁਰੂ ਜੀ, ਅਸੀਂ ਜੇਲ੍ਹ 'ਚ ਹੁਣ ਕਿਵੇਂ ਜਾ ਸਕਦੇ ਹਾਂ? ਆਲੇ ਦੁਆਲੇ ਪਹਿਰੇ ਲੱਗੇ ਨੇ, ਹੱਥ ਕੜੀਆਂ ਤੇ ਬੇੜੀਆਂ 'ਚ ਬੰਨੇ ਹੋਏ ਹਾਂ। ਪਹਿਰ ਖਰੇ ਸ਼ਸਤਰ ਕਰ ਧਾਰੇ, ਪਹਿਰੇਦਾਰ ਬੰਦੂਕਾਂ ਲੈ ਕੇ, ਤੀਰ ਕਮਾਨ ਲੈ ਕੇ, ਬਰਛੇ ਲੈ ਕੇ ਸਾਡੇ ਤੇ ਪਹਿਰਾ ਦੇ ਰਹੇ ਨੇ। ਆਹ ਅਸੰਜਤ ਪੌਰ ਕਿਵਾਰੇ, ਦਰਵਾਜ਼ੇ ਬੰਦ ਨੇ, ਤਾਲੇ ਲੱਗੇ ਹੋਏ ਨੇ, ਹੱਥ ਵਿੱਚ ਹੱਥ ਕੜੀਆਂ ਨੇ, ਪੈਰਾਂ ਨੂੰ ਬੇੜੀਆਂ ਨਾਲ ਜਕੜਿਆ ਹੋਇਆ ਹੈ। ਡਾਰ ਸ਼ਿੰਖਰਲਾ ਤਾਰੋ ਮਾਰੇ, ਤੇ ਮਹਾਰਾਜ ਸੰਗਲ ਪਾ ਪਾ ਕੇ ਸਾਨੂੰ ਵੱਖਰੇ ਵੱਖਰੇ ਇਹਨਾਂ ਤੁਰਕਾਂ ਨੇ ਬੰਨਿਆ ਹੋਇਆ ਹੈ। ਕਿਮ ਅਬ ਨਿਕਸਨ ਬਨਹ ਹਮਾਰੋ, ਹੁਣ ਮਹਾਰਾਜ ਇਸ ਜੇਲ੍ਹ ਵਿੱਚੋਂ ਅਸੀਂ ਕਿਵੇਂ ਨਿਕਲ ਸਕਦੇ ਹਾਂ? ਸਾਡਾ ਨਿਕਲਣਾ ਕਿਵੇਂ ਸੰਭਵ ਹੈ? ਇਸ ਕੈਦ ਵਿੱਚੋਂ ਬਾਹਰ ਜਾਣਾ ਮੁਸ਼ਕਲ ਹੈ ਗੁਰੂ ਜੀ। ਮਰਬੋ ਹੋਏ ਹੈ ਹਿਰਦੇ ਵਿਚਾਰੋ, ਹੁਣ ਤਾਂ ਇਹੀ ਲੱਗਦਾ ਵੀ ਸਾਡੀ ਮੌਤ ਹੀ ਆ ਗਈ ਹੈ। ਅੱਜ ਮਰ ਜਾਈਏ, ਕੱਲ੍ਹ ਮਰ ਜਾਈਏ। ਔਰੰਗਜ਼ੇਬ ਪਤਾ ਨਹੀਂ ਕਿਹੜੇ ਵੇਲੇ ਸਾਨੂੰ ਤਸੀਹੇ ਦੇ ਦੇ ਕੇ ਕਤਲ ਕਰ ਦੇਵੇਗਾ। ਸੁਨ ਸ਼੍ਰੀ ਤੇਗ ਬਹਾਦਰ ਭਾਖਾ, ਆਪਣੇ ਸਿੱਖਾਂ ਦੀ ਇਹ ਗੱਲ ਸੁਣ ਕੇ, ਉਹਨਾਂ ਦੀ ਦੀਨ ਦਸ਼ਾ ਵੇਖ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਕਹੋ ਜਥਾਪੁਰ ਯਹ ਅਬਿਲਾਖਾ। ਮਹਾਰਾਜ ਕਹਿੰਦੇ, ਤੁਸੀਂ ਦੱਸੋ ਵੀ ਜਾਣਾ ਚਾਹੁੰਦੇ ਹੋ? ਜਾਣਾ ਚਾਹੁੰਦੇ ਹੋ ਤੇ ਅਸੀਂ ਭੇਜ ਦਿਆਂਗੇ।
ਇਹਨਾਂ ਹੱਥਕੜੀਆਂ ਦੀ, ਇਹਨਾਂ ਬੇੜੀਆਂ ਦੀ, ਇਹਨਾਂ ਤਾਲਿਆਂ ਦੀ, ਇਹਨਾਂ ਜੇਲ੍ਹਾਂ ਦੀਆਂ ਦੀਵਾਰਾਂ ਦੀ ਨਾ ਸੋਚੋ। ਇਹ ਸਾਡੇ ਵਾਸਤੇ ਕੁਛ ਵੀ ਨਹੀਂ ਹੈ। ਨਾ ਇਹ ਹੱਥਕੜੀਆਂ ਸਾਨੂੰ ਰੋਕ ਸਕਦੀਆਂ, ਨਾ ਇਹ ਬੇੜੀਆਂ ਸਾਨੂੰ ਰੋਕ ਸਕਦੀਆਂ। ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਦੱਸੋ। ਬੰਧਨ ਪਾਇਨ ਤੇ ਛੁੱਟ ਜਾਹੈ। ਆਹ ਹੱਥਕੜੀਆਂ ਤੇ ਬੇੜੀਆਂ ਤਾਂ ਹੁਣੇ ਖੁੱਲ ਜਾਣਗੀਆਂ, ਸਗਰੇ ਪੌਰ ਕੇ ਵਾਰ ਖੁੱਲ੍ਹਾ ਹੈ। ਔਰ ਦਰਵਾਜ਼ੇ ਵੀ ਖੁੱਲ ਜਾਣਗੇ, ਤਾਲੇ ਵੀ ਖੁੱਲ ਜਾਣਗੇ, ਤੇ ਤੁਹਾਨੂੰ ਰਸਤੇ 'ਚ ਕੋਈ ਦੇਖੇਗਾ ਵੀ ਨਹੀਂ। ਚੌਂਕੀਦਾਰ ਨ ਦੇਖੈ ਕੋਈ। ਆ ਜਿਹੜੇ ਪਹਿਰੇਦਾਰ ਚੌਂਕੀਦਾਰ ਜਾਗਦੇ ਫਿਰਦੇ ਨੇ ਪਹਿਰੇ ਉੱਤੇ, ਸਭ ਸੌਂ ਜਾਣਗੇ, ਇਹ ਤੁਹਾਨੂੰ ਨਹੀਂ ਦੇਖ ਪਾਣਗੇ। ਚਲੇ ਜਾਹੋ ਜਿਸ ਇੱਛਾ ਹੋਈ। ਜਿਹਦੀ ਇੱਛਾ ਹੈ ਭਾਈ ਜਾ ਸਕਦੇ ਹੋ, ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਮਰਨ ਵਾਸਤੇ। ਜਿਹਦੀ ਇੱਛਾ ਹੈ, ਕਿਉਂਕਿ ਇਹ ਤਾਂ ਪ੍ਰੇਮ ਦੀ ਖੇਡ ਹੈ, ਇਹ ਸਾਰੇ ਨਹੀਂ ਖੇਡ ਸਕਦੇ, ਵਿਰਲੇ ਹੁੰਦੇ ਐ। ਸੰਗ ਹੈ ਅੰਦਰ ਸਾਬ ਤੇ ਸੇ ਵਿਰਲੇ ਬੰਦੇ। ਗੁਰੂ ਦੇ ਭਾਣੇ ਵਿੱਚ ਵਿਰਲਿਆਂ ਨੇ ਨਿਤਰਨਾ। ਜੋ ਛਕਊਏ ਕੁਣਕੇ ਕੇ ਭਾਗ ਗਏ ਕਠੁਣਕੇ ਸੇ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕ ਕੇ ਮੁੱਛਾਂ ਨੂੰ ਵੱਟ ਦੇਣ ਵਾਲੇ ਭੱਜ ਜਾਂਦੇ ਹੁੰਦੇ ਆ। ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ, ਵਿਰਲੇ ਹੀ ਨਿਤਰਦੇ ਆ। ਹਾਂਜੀ, ਗੁਰੂ ਬਦਨ ਤੇ ਨਿਕਸੇ ਬੈਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਰਸਨਾ ਤੋਂ ਇਹ ਬਚਨ ਨਿਕਲੇ ਵੀ ਹੱਥ ਕੜੀਆਂ ਖੁੱਲ ਜਾਣਗੀਆਂ, ਬੇੜੀਆਂ ਟੁੱਟ ਜਾਣਗੀਆਂ। ਇੱਧਰ ਇਹ ਬਚਨ ਨਿਕਲੇ ਹੀ ਸਨ। ਪਿਖਿਓ ਤਿਨ ਹੋ ਪਗ ਬੰਧਨ ਹੈ ਨਾ। ਤੇ ਸਿੱਖਾਂ ਨੇ ਵੇਖਿਆ ਸੱਚੀ ਮੁੱਚੀ ਹੱਥ ਕੜੀਆਂ ਖੁੱਲ ਗਈਆਂ ਤੇ ਬੇੜੀਆਂ ਦੇ ਬੰਧਨ ਵੀ ਟੁੱਟ ਗਏ, ਪੈਰ ਵੀ ਆਜ਼ਾਦ ਹੋ ਗਏ ਤੇ ਹੱਥ ਵੀ ਖੁੱਲ ਗਏ। ਤਾਰੇ ਛੁਟਕਰ ਖੁੱਲੇ ਕਿਵਾਰਾ। ਤੇ ਜੇਲ੍ਹ ਦੇ ਤਾਲੇ ਵੀ ਖੁੱਲਣ ਲੱਗ ਪਏ, ਦਰਵਾਜ਼ੇ ਖੁੱਲ ਗਏ ਸਾਰੇ ਹੀ। ਪਰਿਓ ਪਾਹਰੂ ਨੀਂਦ ਮਝਾਰਾ। ਤੇ ਪਹਿਰੇਦਾਰ ਗੂੜੀ ਨੀਂਦ 'ਚ ਸੌਂ ਗਏ। ਉਮਗੇ ਨਿਕਸਨ ਕੋ ਸਿੱਖ ਤੀਨ। 3 ਸਿੱਖ ਫਿਰ ਸਾਧ ਸੰਗਤ ਜੀ ਇਹਦੇ 'ਚੋਂ ਨਿਕਲੇ ਹਨ। 3 ਮਹਾਰਾਜ ਦੇ ਨਾਲ ਸ਼ਹੀਦ ਹੋਏ ਨੇ ਤੇ 3 ਸਿੱਖ ਬਾਹਰ ਨਿਕਲੇ ਹਨ। ਗੁਰ ਪਗ ਪਰ ਤਬ ਬੰਧਨ ਕੀਨ। ਜਾਣ ਲੱਗਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਪਹੁੰਚ ਹਰਾਵਰ ਕੇ ਸੁਤ ਪਾਸ। ਗੁਰੂ ਜੀ ਸਾਨੂੰ ਆਗਿਆ ਦਿਓ, ਅਸੀਂ ਇੱਥੋਂ ਆਪ ਜੀ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਵਾਂਗੇ। ਕਹਾ ਸੰਦੇਸ਼ਾ ਕਰਹਿ ਪ੍ਰਕਾਸ਼। ਆਪ ਜੀ ਦਾ ਕੀ ਹੁਕਮ ਹੈ ਸਾਹਿਬਜ਼ਾਦੇ ਪ੍ਰਤੀ, ਉਸ ਨੂੰ ਕੀ ਸੁਨੇਹਾ ਦੇਣਾ ਹੈ? ਮਾਤਾ ਗੁਜਰੀ ਜੀ ਨੂੰ ਤੇ ਮਾਤਾ ਨਾਨਕੀ ਜੀ ਨੂੰ ਕੀ ਸੁਨੇਹਾ ਦੇਣਾ ਹੈ? ਉਹ ਕਿਰਪਾ ਕਰਕੇ ਫਰਮਾਓ। ਸਰਬ ਕਲਾ ਸਮਰੱਥ ਗੁਣ ਖਾਨੀ। ਇਹ ਸੱਚੇ ਪਾਤਸ਼ਾਹ, ਆਪ ਸਰਬ ਕਲਾ ਸਮਰੱਥ ਹੋ, ਜੋ ਨਹੀਂ ਹੋ ਸਕਦਾ ਉਹ ਕਰ ਸਕਦੇ ਹੋ। ਕਹਾ ਰਚਹੁ ਕੋ ਸਕਹਿ ਨ ਜਾਨੀ। ਆਪ ਜੀ ਨੇ ਕਿਹੜੀ ਰਚਨਾ ਕਿਸ ਤਰ੍ਹਾਂ ਰਚਣੀ ਹੈ ਕੋਈ ਨਹੀਂ ਜਾਣ ਸਕਦਾ। ਪ੍ਰਭ ਕੀ ਗਤ ਨ ਕੋਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਮਹਾਰਾਜ ਤੁਹਾਡੀ ਗਤ ਨੂੰ ਕੋਈ ਨਹੀਂ ਜਾਣ ਸਕਦਾ। ਆਪਣੀ ਗਤ ਤੁਮ ਜਾਣੋ ਆਪੇ। ਆਪਣੀ ਗਤ ਮਿਤ ਆਪ ਹੀ ਜਾਣਦੇ ਹੋ। ਹਰਖ ਨ ਸ਼ੋਕ ਰੰਚ ਭਰ ਵਿਆਪੇ। ਨਾ ਆਪ ਜੀ ਨੂੰ ਹਰਖ ਹੈ, ਨਾ ਸੋਗ ਹੈ, ਨਾ ਖੁਸ਼ੀ ਹੈ, ਨਾ ਗਮੀ ਹੈ। ਰੰਚ ਮਾਤਰ ਵੀ ਆਪ ਜੀ ਦੇ ਉੱਤੇ ਸੱਚੇ ਪਾਤਸ਼ਾਹ ਖੁਸ਼ੀ ਗਮੀ ਦਾ, ਹਰਖ ਸੋਗ ਦਾ ਲੇਸ ਮਾਤਰ ਵੀ ਅਸਰ ਨਹੀਂ ਹੈ। ਹਮ ਪਰ ਕਿਰਪਾ ਤਾਹਰ ਮੁਚਵਾਏ। ਆਪ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਜੋ ਸਾਡੇ ਬੰਧਨ ਖੋਲ ਦਿੱਤੇ ਹਨ। ਸਾਡੇ ਪੈਰਾਂ ਦੀਆਂ ਬੇੜੀਆਂ, ਸਾਡੇ ਹੱਥਾਂ ਦੀਆਂ ਹੱਥ ਕੜੀਆਂ ਖੋਲ ਕੇ ਸਾਨੂੰ ਜੇਲ੍ਹ ਤੋਂ ਖਲਾਸੀ ਦਵਾ ਦਿੱਤੀ ਹੈ। ਕਿਮ ਤੁਮਰੇ ਘਰ ਪਾਖਹਿ ਜਾਏ। ਹੁਣ ਮਹਾਰਾਜ ਅਸੀਂ ਤੁਹਾਡੇ ਘਰ ਜਾਵਾਂਗੇ। ਤੁਹਾਡੀ ਮਾਤਾ ਬਿਰਧ ਮਾਤਾ, ਮਾਤਾ ਨਾਨਕੀ ਜੀ ਤੇ ਤੁਹਾਡੇ ਮਹਿਲ ਮਾਤਾ ਗੁਜਰੀ ਜੀ ਨੂੰ ਮਿਲਾਂਗੇ ਅਤੇ ਤੁਹਾਡੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਾਂਗੇ। ਸ੍ਰੀ ਗੁਰੂ ਤੇਗ ਬਹਾਦਰ ਬੋਲੇ, ਸਾਨੂੰ ਇਹ ਦੱਸੋ ਵੀ ਮਹਾਰਾਜ ਸਾਹਿਬਜ਼ਾਦੇ ਨੂੰ ਕੀ ਸੁਨੇਹਾ ਦੇਣਾ ਹੈ? ਤੁਹਾਡੇ ਵੱਲੋਂ ਕੋਈ ਮੈਸੇਜ ਹੈ ਜੋ ਪਰਿਵਾਰ ਵਾਸਤੇ ਜ਼ਰੂਰੀ ਦੇਣਾ ਹੈ? ਇਹ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੋਲੇ, ਭਾਖੋ ਰੱਖੋ ਧੀਰ ਅਡੋਲੇ। ਮਹਾਰਾਜ ਕਹਿੰਦੇ ਜਾ ਕੇ ਸਾਡੇ ਪਰਿਵਾਰ ਨੂੰ, ਸਾਡੀ ਮਾਤਾ ਨੂੰ, ਸਾਡੀ ਧਰਮ ਪਤਨੀ ਨੂੰ, ਸਾਡੇ ਪੁੱਤਰ ਨੂੰ ਕਹਿ ਦੇਣਾ ਵੀ ਡੋਲਣਾ ਨਹੀਂ, ਧੀਰਜ ਰੱਖਣਾ ਹੈ। ਜਿੱਡੀ ਮਰਜ਼ੀ ਮੁਸੀਬਤ ਆ ਜਾਵੇ, ਭੈ ਕਾਹੂ ਕੋ ਦੇਤ ਨਹਿ,
ਨਹਿ ਪੈ ਮਾਨ ਧਿਆਨ, ਕਿਸੇ ਨੂੰ ਡਰਾਉਣਾ ਨਹੀਂ, ਕਿਸੇ ਤੋਂ ਡਰਨਾ ਨਹੀਂ। ਹਾਂਜੀ, ਇਮਹੀ ਕਾਰਜ ਹੈ ਹਮ ਕਰਨਾ। ਆਪਣੇ ਪਰਿਵਾਰ ਨੂੰ ਸੁਨੇਹਾ ਦੇ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ। ਕਹਿੰਦੇ ਸਾਡੇ ਪਰਿਵਾਰ ਨੂੰ ਕਹਿ ਦਿਆ ਜੇ ਵੀ ਗੁਰੂ ਸਾਹਿਬ ਕਹਿੰਦੇ ਸੀ ਅਸੀਂ ਤਾਂ ਇਵੇਂ ਹੀ ਕੰਮ ਕਰਨਾ ਸੀ, ਇਹ ਜਿਹੜਾ ਕੰਮ ਸੀ ਅਸੀਂ ਕਰਨਾ, ਸਾਡੀ ਧੁਰ ਦਰਗਾਹ ਤੋਂ ਡਿਊਟੀ ਲੱਗੀ ਹੋਈ ਹੈ। ਅਕਾਲ ਪੁਰਖ ਪਰਮੇਸ਼ਰ ਵੱਲੋਂ ਧਰਮ ਦੀ ਰਾਖੀ ਲਈ ਅਸੀਂ ਅਵਤਾਰ ਧਾਰਿਆ ਸੀ, ਉਹ ਹੁਣ ਸਮਾਂ ਪੂਰਾ ਹੋ ਗਿਆ। ਅਸੀਂ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਦੇ ਸਿਰ 'ਚ ਭੰਨਾਂਗੇ। ਅੰਤ ਸਮਾ ਸਭ ਹੀ ਪਰ ਬਰਨਾ। ਬਾਕੀ ਇਹ ਸਰੀਰ ਦਾ ਅੰਤ ਸਮਾਂ ਦੇ ਸਾਰਿਆਂ ਦਾ ਹੀ ਆਉਣਾ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇੱਕ ਬਾਲ ਅਵਸਥਾ, ਇੱਕ ਜਵਾਨੀ ਦੀ, ਇੱਕ ਬੁਢੇਪੇ ਦੀ ਹੈ। ਮੌਤ ਸਾਰਿਆਂ ਵਾਸਤੇ ਹੈ। ਕਈ ਬਚਪਨ ਵਿੱਚ ਹੀ ਚਲੇ ਜਾਂਦੇ ਆ, ਕਈ ਜਵਾਨੀ 'ਚ ਚਲੇ ਜਾਂਦੇ ਆ, ਕਈ ਬੁਢੇਪੇ 'ਚ ਚਲੇ ਜਾਂਦੇ ਆ। 100 ਸਾਲ ਕੋਈ ਜੀਵੇ, ਉਸ ਤੋਂ ਵੀ ਜ਼ਿਆਦਾ ਲੰਮੀ ਉਮਰ ਕਰ ਲਵੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। 4 ਯੁੱਗਾਂ ਦੀ ਵੀ ਉਮਰ ਹੋ ਜਾਏ, 4 ਯੁੱਗਾਂ ਨਾਲੋਂ ਵੀ 10 ਗੁਣਾ ਜ਼ਿਆਦੀ ਹੋ ਜਾਏ, 40 ਯੁੱਗਾਂ ਦੀ ਹੋ ਜਾਏ, ਤਾਂ ਵੀ ਇਸ ਸੰਸਾਰ 'ਚ ਰਹਿਣਾ ਕੋਈ ਨਹੀਂ। ਸੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਡੇ ਪਰਿਵਾਰ ਨੂੰ ਕਿਹਾ ਜੇ ਵੀ ਮਨ ਦੇ ਵਿੱਚ ਸੋਗ ਨਹੀਂ ਕਰਨਾ, ਦੁੱਖ ਨਹੀਂ ਮਨਾਉਣਾ, ਚਿੰਤਾ ਸ਼ੋਕ ਨ ਕੀਜਹ ਕੋਈ। ਸਾਡੇ ਪਰਿਵਾਰ ਨੂੰ, ਸਾਡੀ ਮਾਤਾ ਨੂੰ, ਸਾਡੇ ਪੁੱਤਰ ਨੂੰ, ਸਾਡੀ ਪਤਨੀ ਨੂੰ, ਸਾਡੇ ਸਿੱਖਾਂ ਨੂੰ ਇਹ ਕਹਿਣਾ ਹੈ ਵੀ ਗੁਰੂ ਸਾਹਿਬ ਦਾ ਹੁਕਮ ਹੈ, ਨਾ ਚਿੰਤਾ ਕਰਨੀ ਹੈ, ਨਾ ਸੋਗ ਮਨਾਉਣਾ ਹੈ। ਕੂਰਾ ਕਰਹ ਤਰਕ ਪਤ ਜੋਈ। ਅਸਲ ਵਿੱਚ ਇਹ ਸਾਡੀ ਖੇਡ ਹੈ। ਅਸੀਂ ਇਹ ਰਚਨਾ ਆਪ ਹੀ ਰਚੀ ਹੈ। ਜਿਹੜਾ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਹੈ, ਅਸੀਂ ਉਸ ਨੂੰ ਝੂਠਿਆਂ ਕਰਕੇ ਮਾਰਨਾ ਹੈ ਤੇ ਮੁਗਲਾਂ ਦਾ ਰਾਜ ਖੋਹ ਕੇ ਆਪਣੇ ਖਾਲਸੇ ਨੂੰ ਦੇਣਾ ਹੈ। ਸਭ ਜਗ ਕੋ ਦੁਖਦਾਇਕ ਪਾਪੀ। ਮਹਾਰਾਜ ਕਹਿੰਦੇ ਸਾਰੀ ਦੁਨੀਆ ਨੂੰ ਦੁੱਖ ਦੇਣ ਵਾਲਾ ਪਾਪੀ ਦੁਸ਼ਟ ਔਰੰਗਜ਼ੇਬ ਹੈ। ਬਿਨ ਸਹ ਵਧਹਨ ਤੇਜ ਕਦਾਪੀ। ਇਹਦਾ ਤੇਜ ਪ੍ਰਤਾਪ ਦਿਨੋਂ ਦਿਨ ਡਾਊਨ ਹੋਵੇਗਾ, ਘਟੇਗਾ, ਇਹਦੀ ਸ਼ਕਤੀ ਖਤਮ ਹੋਵੇਗੀ। ਇਹਨਾਂ ਦਾ ਪ੍ਰਤਾਪ ਜਿੰਨਾ ਵਧਣਾ ਸੀ ਵੱਧ ਚੁੱਕਾ ਹੈ, ਹੁਣ ਨਹੀਂ ਵਧੇਗਾ। ਪੂਰਬ ਜਨਮ ਕਰੇ ਤਪ ਭਾਰੇ। ਮਹਾਰਾਜ ਕਹਿੰਦੇ ਇਸ ਔਰੰਗਜ਼ੇਬ ਨੇ ਪਿਛਲੇ ਜਨਮ 'ਚ ਬੜੀ ਭਾਰੀ ਤਪੱਸਿਆ ਕੀਤੀ ਹੋਈ ਹੈ। ਸਾਧ ਸੰਗਤ ਜੀ, ਤਪੋਂ ਰਾਜ ਮਿਲਦਾ ਹੈ ਤੇ ਰਾਜ ਤੋਂ ਨਰਕ ਮਿਲਦਾ ਹੈ। ਬੰਦੇ ਲੋਕ ਤਪ ਕਰ ਲੈਂਦੇ ਆ, ਭਗਤੀ ਕਰ ਲੈਂਦੇ ਆ। ਜਦੋਂ ਪਰਮਾਤਮਾ ਕਹਿੰਦਾ ਵੀ ਮੰਗ ਕੀ ਮੰਗਣਾ, ਤੂੰ ਬੜੀ ਭਗਤੀ ਕੀਤੀ ਹੈ, ਬੜਾ ਤਪ ਕੀਤਾ, ਉਦੋਂ ਬੰਦਾ ਕਹਿੰਦਾ ਮੈਨੂੰ ਰਾਜ ਦੇ ਦਿਓ, ਮੈਨੂੰ ਸਵਰਗ ਦੇ ਦਿਓ, ਮੈਨੂੰ ਬੜਾ ਨਾਮ ਦੇ ਦਿਓ, ਦੁਨੀਆ 'ਚ ਮੇਰੀ ਮਸ਼ਹੂਰੀ ਹੋ ਜਾਵੇ, ਜਾਂ ਕੋਈ ਹੋਰ ਵਡਿਆਈ ਦੁਨੀਆ ਦੀ ਮੰਗ ਲੈਂਦਾ। ਜਦੋਂ ਦੁਨਿਆਵੀ ਮੰਗਾਂ ਮੰਗਦਾ ਉਹ ਚੀਜ਼ਾਂ ਤਾਂ ਮਿਲ ਜਾਂਦੀਆਂ ਨੇ, ਪਰ ਉਸ ਤੋਂ ਬਾਅਦ ਫਿਰ ਨਰਕ ਮਿਲਦਾ ਹੈ। ਔਰੰਗਜ਼ੇਬ ਨੇ ਤਪ ਤਾਂ ਬਹੁਤ ਕੀਤਾ, ਭਗਤੀ ਤਾਂ ਬਹੁਤ ਕੀਤੀ, ਪਰ ਉਹਦੇ ਬਦਲੇ 'ਚ ਰਾਜ ਮੰਗ ਲਿਆ, ਜਿਹਦੇ ਕਰਕੇ ਹੁਣ ਇਹ ਨਰਕਾਂ ਨੂੰ ਜਾਏਗਾ। ਕਰਹ ਦਗਦ ਈਂਧਨ ਸੰਸਾਰੇ। ਕਹਿੰਦੇ ਇਹ ਆਪਣੇ ਕਰਮਾਂ ਨਾਲ ਹੀ ਸੜ ਜਾਣਾ ਹੈ, ਆਪਣੀ ਜੜ ਆਪ ਹੀ ਪੁੱਟ ਲੈਣੀ ਆ। ਔਰੰਗਜ਼ੇਬ ਨੇ ਸਾਹਿਬਜ਼ਾਦਾ ਅਬ ਲਖਨੌਰ। ਮਹਾਰਾਜ ਕਹਿੰਦੇ ਸਾਡਾ ਸਾਹਿਬਜ਼ਾਦਾ, ਸਾਡਾ ਪੁੱਤਰ ਗੁਰੂ ਗੋਬਿੰਦ ਸਿੰਘ ਇਸ ਵੇਲੇ ਲਖਨੌਰ ਪਿੰਡ ਅੰਬਾਲੇ ਦੇ ਲਾਗੇ ਹੈ। ਸਾਧ ਸੰਗਤ ਜੀ, ਲਖਨੌਰ ਸਾਹਿਬ ਇੱਕ ਬਹੁਤ ਵੱਡਾ ਇਤਿਹਾਸੀ ਅਸਥਾਨ ਹੈ, ਪਰ ਆਮ ਸੰਗਤਾਂ ਨੂੰ ਘੱਟ ਪਤਾ ਹੈ। ਅੰਬਾਲੇ ਸ਼ਹਿਰ ਤੋਂ ਕੋਈ 8 ਕਿਲੋਮੀਟਰ 'ਤੇ ਵਾਕਿਆ ਹੈ। ਇਸ ਪਿੰਡ 'ਚ ਗੁਰੂ ਕੀਆਂ ਬਹੁਤ ਕੀਮਤੀ ਯਾਦਾਂ ਅੱਜ ਵੀ ਸਾਂਭ ਕੇ ਰੱਖੀਆਂ ਹੋਈਆਂ। ਮਾਤਾ ਗੁਜਰੀ ਜੀ ਦਾ ਖੂਹ ਹੈ, ਇੱਕ ਬਹੁਤ ਪੁਰਾਤਨ ਬੌਲੀ ਸਾਹਿਬ ਹੈ। ਮਾਤਾ ਗੁਜਰੀ ਜੀ ਦੇ ਸਫ਼ਰ ਦੇ ਵਿੱਚ ਫੋਲਡਿੰਗ ਹੋਣ ਵਾਲਾ ਪਲੰਗ ਹੈ। ਜਿਸ ਪਲੰਗ 'ਤੇ ਗੁਰੂ ਸਾਹਿਬ ਜੀ ਬਿਰਾਜਦੇ ਸੀ ਉਹ ਵੀ ਹੈ। ਮਾਤਾ ਗੁਜਰੀ ਜੀ ਦੀਆਂ ਆਟਾ ਗੁੰਨਣ ਵਾਲੀਆਂ ਲੱਕੜ ਦੀਆਂ ਪਰਾਤਾਂ ਉੱਥੇ ਪਈਆਂ ਹਨ। ਲੱਕੜ ਦੀਆਂ ਪਰਾਤਾਂ ਹੁੰਦੀਆਂ ਸੀ ਵੱਡੀਆਂ ਵੱਡੀਆਂ, ਜਿਹਦੇ 'ਚ ਸਾਧ ਸੰਗਤ ਜੀ ਬੋਰੀ ਬੋਰੀ ਆਟਾ ਪਾ ਦਿਓ ਅਤੇ ਗੁੰਨ ਲਓ।
ਉਹ ਵੱਡੀਆਂ ਪਰਾਤਾਂ ਅੱਜ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ। ਗੁਰੂ ਸਾਹਿਬ ਜੀ ਦੇ ਸ਼ਸਤਰ ਬਾਲ ਅਵਸਥਾ ਦੇ ਕੁਝ ਸਾਂਭ ਕੇ ਰੱਖੇ ਹੋਏ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 10ਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਪੰਥ ਦੇ ਵਾਲੀ ਲਗਭਗ ਸਾਲ ਸਵਾ ਸਾਲ ਇਸ ਇਲਾਕੇ 'ਚ ਵੀ ਵਿਚਰੇ। ਬਹੁਤ ਗੁਰਦੁਆਰੇ ਹਨ, ਲਖਨੌਰ ਸਾਹਿਬ, ਭਾਨੋ ਖੇੜੀ, ਮਰਦੋਂ ਸਾਹਿਬ, ਅੰਬਾਲੇ ਸ਼ਹਿਰ ਵਿੱਚ ਬਾਦਸ਼ਾਹੀ ਬਾਗ, ਇਸੇ ਤਰ੍ਹਾਂ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਅਤੇ ਹਰਿਆਣੇ ਦੇ ਭੇਵੇ ਦੇ ਇਲਾਕੇ ਵਿੱਚ ਕਈ ਪਿੰਡਾਂ 'ਚ ਚਰਨ ਪਾਏ ਹਨ। ਵਧਿਓ ਸਰੀਰ ਭਇਓ ਬਲ ਠੌਰ। ਮਹਾਰਾਜ ਕਹਿੰਦੇ ਸਾਡਾ ਪੁੱਤਰ ਹੁਣ ਤਗੜਾ ਹੋ ਗਿਆ, ਉਹਦੇ ਸਰੀਰ 'ਚ ਬਲ ਸ਼ਕਤੀ ਵੱਧ ਗਈ ਹੈ, 9 ਸਾਲਾਂ ਦਾ ਹੋ ਗਿਆ ਹੈ। ਆਪਣੋ ਪੁਰ ਸੰਭਾਰੋ ਜਾਈ। ਉਹਨੂੰ ਆਖੋ ਵੀ ਤੁਹਾਡੇ ਪਿਤਾ ਜੀ ਨੇ ਕਿਹਾ ਵੀ ਤੁਸੀਂ ਹੁਣ ਲਖਨੌਰ ਤੋਂ ਆਨੰਦਪੁਰ ਸਾਹਿਬ ਚਲੇ ਜਾਓ ਅਤੇ ਆਪਣੀ ਧਰਤੀ ਆਨੰਦਪੁਰ ਸਾਹਿਬ ਦੀ ਦੇਖ ਰੇਖ ਕਰੋ, ਆਪਣੇ ਸ਼ਹਿਰ ਨੂੰ ਸੰਭਾਲੋ। ਨਿਰਭੈ ਬਸਹੁ ਤਹ ਚਿੰਤ ਨ ਕਾਈ। ਨਿਰਭੈ ਹੋ ਕੇ ਉੱਥੇ ਰਹੋ, ਕੋਈ ਚਿੰਤਾ ਨਹੀਂ ਕਰਨੀ, ਕਿਸੇ ਦਾ ਭੈ ਕਿਸੇ ਦਾ ਡਰ ਨਹੀਂ ਮੰਨਣਾ। ਸ਼ੁਭ ਆਨੰਦਪੁਰ ਅਦਕ ਬਸਾਵਹੁ। ਆਨੰਦਪੁਰ ਸਾਹਿਬ ਸੋਹਣਾ ਨਗਰ ਹੈ, ਉਹਨੂੰ ਵਸਾਓ। ਅਬ ਨਾ ਰਹੋ ਇਹ ਠਾਂ ਚੱਲ ਜਾਵਹੁ। ਤੇ ਹੁਣ ਉੱਥੇ ਨਾ ਰਹੋ, ਲਖਨੌਰ ਨਾ ਰਹੋ ਤੇ ਆਨੰਦਪੁਰ ਸਾਹਿਬ ਚਲੇ ਜਾਓ। ਇਹ ਸੰਦੇਸ਼ਾ ਪਨਹੁ ਹਮਾਰੋ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਕਿ ਸਿੱਖੋ, ਸਾਡਾ ਇਹ ਮੈਸੇਜ, ਸਾਡਾ ਇਹ ਸੁਨੇਹਾ ਸਾਡੇ ਪਰਿਵਾਰ ਨੂੰ ਤੇ ਸਾਡੇ ਪੁੱਤਰ ਨੂੰ ਦੇ ਦਿਓ। ਚਿੰਤਾ ਸ਼ੋਕ ਨ ਕਛ ਉਰ ਧਾਰੋ। ਮਨ ਵਿੱਚ ਕਿਸੇ ਤਰ੍ਹਾਂ ਦੀ ਚਿੰਤਾ ਤੇ ਸ਼ੋਕ ਨਾ ਕਰੋ। ਸਾਰੇ ਪਰਿਵਾਰ ਨੂੰ, ਸਾਰੀ ਸਿੱਖ ਸੰਪਰਦਾ ਨੂੰ ਕਹਿ ਦਿਓ। ਅੰਤ ਸਮਾ ਹਮਰੇ ਤਨ ਕੇਰਾ। ਮਹਾਰਾਜ ਕਹਿੰਦੇ ਬਾਕੀ ਇਹ ਦੱਸ ਦਿਓ ਵੀ ਹੁਣ ਸਾਡਾ ਅੰਤ ਸਮਾਂ ਆ ਗਿਆ ਹੈ, ਅਸੀਂ ਹੁਣ ਇਸ ਦੁਨੀਆ ਤੇ ਬਹੁਤਾ ਚਿਰ ਨਹੀਂ ਰਹਿਣਾ, ਅਸੀਂ ਆਪਣੇ ਧਾਮ ਸੱਚਖੰਡ ਪਿਆਨਾ ਕਰਨਾ ਹੈ ਔਰ ਸ਼ਹੀਦੀ ਪਾਣੀ ਹੈ। ਕੇਤਕ ਦਿਵਸ ਪਹੁੰਚਿਓ ਨੇਰਾ। ਬਸ ਕੁਝ ਦਿਨਾਂ ਦੀ ਗੱਲ ਬਾਕੀ ਰਹਿ ਗਈ ਹੈ, ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਸ਼ਹੀਦ ਹੋ ਜਾਣਾ ਹੈ ਅਤੇ ਉਹ ਟਾਈਮ ਦੂਰ ਨਹੀਂ ਹੈ। ਤੁਹਾਨੂੰ ਥੋੜ੍ਹੇ ਦਿਨਾਂ ਨੂੰ ਇਹ ਖਬਰ ਮਿਲੇਗੀ ਸਾਡੀ ਸ਼ਹੀਦੀ ਦੀ। ਆਨ ਥਾਨ ਪੀ ਤਜਬੋ ਤਨ ਕੋ। ਬਾਕੀ ਇਹ ਸਰੀਰ ਦਾ ਕਿਤੇ ਨਾ ਕਿਤੇ ਤੇ ਅੰਤ ਸਮਾਂ ਆਉਣਾ ਹੀ ਸੀ, ਕਿਤੇ ਨਾ ਕਿਤੇ ਤਾਂ ਆਉਣਾ ਸੀ। ਭਾਵੇਂ ਸਾਧ ਸੰਗਤ ਜੀ ਕੋਈ ਬੰਦਾ ਪ੍ਰਧਾਨ ਮੰਤਰੀ ਹੈ, ਭਾਵੇਂ ਰਾਸ਼ਟਰਪਤੀ ਹੈ, ਅਤੇ ਭਾਵੇਂ ਕੋਈ ਹੋਮਲੈਸ ਭਿਖਾਰੀ ਹੈ। ਮਹਾਰਾਜ ਕਹਿੰਦੇ ਨੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ। ਬਾਦਸ਼ਾਹ ਨੇ ਵੀ ਮਰਨਾ, ਸ਼ਾਹੂਕਾਰ ਨੇ ਵੀ ਮਰਨਾ, ਵਪਾਰੀ ਨੇ ਵੀ ਮਰਨਾ, ਰਾਜੇ ਨੇ ਵੀ ਮਰਨਾ ਅਤੇ ਭਿਖਾਰੀ ਨੇ ਵੀ ਮਰਨਾ। ਇਹ ਤਾਂ ਕੁਦਰਤ ਦਾ ਨਿਯਮ ਹੈ। ਕਿਤੇ ਨਾ ਕਿਤੇ ਤੇ ਭਾਈ ਇਹ ਸਰੀਰ ਦਾ ਅੰਤ ਸਮਾਂ ਆਉਣਾ ਹੀ ਹੈ। ਇਸ ਥਲ ਕਰ ਕੂਰਾ ਤੁਰ ਕਨਕੋ। ਸਾਡਾ ਇਹ ਸਮਾਂ ਦਿੱਲੀ ਵਿੱਚ ਚਾਂਦਨੀ ਚੌਂਕ ਵਿੱਚ ਆਉਣਾ ਹੈ। ਅਸੀਂ ਦਿੱਲੀ ਦੀ ਚਾਂਦਨੀ ਚੌਂਕ ਦੇ ਵਿੱਚ ਇਹ ਸਰੀਰ ਦਾ ਠੀਕਰਾ ਤੁਰਕਾਂ ਦੇ ਸਿਰ ਭੰਨ ਦੇਣਾ ਹੈ, ਇਹਨਾਂ ਤੁਰਕਾਂ ਨੂੰ ਝੂਠਿਆਂ ਕਰ ਦੇਣਾ ਹੈ। ਇਹ ਕਾਰਨ ਲਖ ਰਹੋ ਨਿਚਿੰਤ। ਇਹ ਕਾਰਨ ਜਾਣ ਕੇ ਮਾਤਾ ਨਾਨਕੀ ਜੀ ਨੂੰ, ਗੁਜਰੀ ਜੀ ਨੂੰ ਤੇ ਸਾਡੇ ਪੁੱਤਰ ਨੂੰ ਕਹਿ ਦਿਆ ਜੇ ਵੀ ਚਿੰਤਾ ਨਾ ਕਰਨ, ਸਾਡੀ ਸ਼ਹਾਦਤ ਕੋਈ ਰੰਗ ਲਿਆਵੇਗੀ। ਸਾਡੀ ਸ਼ਹਾਦਤ ਦੇ ਨਾਲ ਸਾਡਾ ਡੁੱਲਿਆ ਹੋਇਆ ਖੂਨ ਹਿੰਦੁਸਤਾਨ ਦੇ ਲੋਕਾਂ ਦੇ ਮੱਥੇ 'ਤੇ ਤਿਲਕ ਬਣ ਕੇ ਚਮਕੇਗਾ। ਅੱਜ ਵੀ ਸਾਧ ਸੰਗਤ ਜੀ ਜਿਹੜੇ ਸਿਆਣੇ ਸਮਝਦਾਰ ਹਿੰਦੂ ਜਾਂ ਬ੍ਰਾਹਮਣ ਹਨ, ਉਹ ਕਹਿੰਦੇ ਹਨ ਵੀ ਜਿਹੜਾ ਟਿੱਕਾ ਅਸੀਂ ਲਾਇਆ ਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਖੂਨ ਦਾ ਟਿੱਕਾ ਹੈ। ਜਿਹੜਾ ਅਸੀਂ ਜਨੇਊ ਪਾਇਆ, ਇਹ ਗੁਰੂ ਤੇਗ ਬਹਾਦਰ ਦੀਆਂ ਆਂਦਰਾਂ ਦਾ ਜਨੇਊ ਹੈ। ਜਿਨ੍ਹਾਂ ਨੂੰ ਸਮਝ ਹੈ ਉਹ ਮੰਨਦੇ ਨੇ, ਜਿਹੜੇ ਬੇਸਮਝ ਹੋਣ, ਅਕਲ 'ਤੇ ਹੀ ਪੜਦਾ ਪੈ ਜਾਵੇ, ਅਕਿਰਤ ਕਹਾਣੀ ਹੋ ਜਾਣ, ਉਹ ਨਾ ਮੰਨਣ 'ਤੇ ਕੋਈ ਫਰਕ ਨਹੀਂ ਪੈਂਦਾ। ਉਹ ਆਪਣੇ ਪਿਓ ਦਾਦੇ ਦੇ ਹੁੰਦੇ ਹੀ ਨਹੀਂ। ਜਿਹੜਾ ਆਪਣੇ ਅਸਲੇ ਦਾ ਹੈ ਨਾ, ਜਿਹੜਾ ਹਿੰਦੂ ਧਰਮ ਦੇ ਵਿੱਚ ਸਹੀ ਇਨਸਾਨ ਹੈ, ਕੋਈ ਧਾਰਮਿਕ ਬੰਦਾ ਹੈ, ਪੂਜਾ ਪਾਠ ਕਰਦਾ, ਰੱਬ ਤੋਂ ਡਰਦਾ ਹੈ, ਜਿਹੜਾ ਬੰਦਾ ਰੱਬ ਤੋਂ ਡਰਦਾ ਹੈ, ਸਹੀ ਹਿੰਦੂ ਹੈ, ਉਹ ਕਹਿੰਦਾ ਵੀ ਗੁਰੂ ਤੇਗ ਬਹਾਦਰ ਨਾ ਹੁੰਦੇ ਤੇ ਅਸੀਂ ਨਹੀਂ ਸੀ ਹੋਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਆਪਣਾ ਸਰੀਰ ਦਾ, ਆਪਣੇ ਸੀਸ ਦਾ ਬਲੀਦਾਨ ਦਿਆਂਗੇ
ਥੋੜ੍ਹੇ ਦਿਨ ਬਾਕੀ ਰਹਿ ਗਏ ਹਨ। ਕਸ਼ਟ ਨ ਧਾਰੋ ਹਿਰਦੈ ਕਦੰਤ। ਪਰ ਮਾਤਾ ਨਾਨਕੀ ਨੂੰ, ਮਾਤਾ ਗੁਜਰੀ ਨੂੰ, ਸਾਹਿਬਜ਼ਾਦੇ ਨੂੰ ਕਹਿ ਦਿਆ ਜੇ ਵੀ ਮਨ ਦੇ ਵਿੱਚ ਦੁੱਖ ਨਾ ਮਨਾਉਣ, ਸਾਨੂੰ ਯਾਦ ਕਰਕੇ ਰੋਣਾ ਨਹੀਂ, ਸਾਡੀ ਯਾਦ ਵਿੱਚ ਅੱਖਾਂ 'ਚੋਂ ਹੰਝੂ ਨਹੀਂ ਵਹਾਣੇ, ਬਲਕਿ ਖੁਸ਼ੀ ਵਿੱਚ, ਚੜ੍ਹਦੀ ਕਲਾ ਵਿੱਚ ਤਿਆਰ ਬਰ ਤਿਆਰ ਹੋ ਕੇ ਜੈਕਾਰੇ ਗਜਾਣੇ ਨੇ ਤੇ ਜ਼ੁਲਮ ਦੀਆਂ ਜੜ੍ਹਾਂ ਪੁੱਟ ਦੇਣੀਆਂ ਨੇ। ਨਿਕ ਸਹੁ ਅਬ ਤੁਮ ਲਖ ਹੈ ਨ ਕੋਈ। ਮਹਾਰਾਜ ਉਹਨਾਂ ਤਿੰਨਾਂ ਸਿੱਖਾਂ ਨੂੰ ਕਹਿੰਦੇ ਵੀ ਤੁਸੀਂ ਹੁਣ ਜੇਲ੍ਹ 'ਚੋਂ ਚਲੇ ਜਾਓ, ਤੁਹਾਨੂੰ ਕੋਈ ਨਹੀਂ ਵੇਖੇਗਾ, ਤੁਹਾਡੀਆਂ ਬੇੜੀਆਂ ਹੱਥ ਕੜੀਆਂ ਦਿੱਤੀਆਂ ਖੋਲ, ਜੇਲ੍ਹ ਦੇ ਦਰਵਾਜ਼ੇ ਦਿੱਤੇ ਖੋਲ, ਪਹਿਰੇਦਾਰ ਦਿੱਤੇ ਸੁਆ, ਹੁਣ ਤੁਹਾਨੂੰ ਨਾ ਕੋਈ ਟੋਕੇਗਾ ਨਾ ਰੋਕੇਗਾ, ਆਰਾਮ ਦੇ ਨਾਲ ਸਿੱਧੇ ਲਖਨੌਰ ਸਾਹਿਬ ਚਲੇ ਜਾਓ। ਸੁਣਤ ਸਿੱਖ ਤ੍ਰੈ ਗਮਨੇ ਸੋਈ। ਜੇਲ੍ਹ ਵਿੱਚੋਂ ਇਹ ਤਿੰਨੇ ਸਿੱਖ ਨਿਕਲੇ ਨੇ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਦੇ, ਗੁਰੂ ਕਲਗੀਧਰ ਪਾਤਸ਼ਾਹ ਨੂੰ ਮਿਲਣ ਵਾਸਤੇ ਚਲੇ ਗਏ ਨੇ। ਕਿਨੋ ਹਨ ਹੇਰੇ ਵਹਿਰ ਪਿਆਨੇ। ਜੇਲ੍ਹ 'ਚੋਂ ਨਿਕਲਦਿਆਂ ਨੂੰ ਕੋਈ ਵੇਖ ਨਹੀਂ ਸਕਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਸਾ ਉਹਨਾਂ ਤੁਰਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ, ਅੱਖੀਂ ਘੱਟਾ ਮੂੰਹ 'ਚ ਡੱਟਾ, ਹੱਟਾ ਗੱਟਾ ਅੱਖੀਂ ਘੱਟਾ ਮੂੰਹ 'ਚ ਡੱਟਾ, ਬਿਰ ਬਿਰ ਤੱਕੇ ਬੋਲ ਨਾ ਸਕੇ, ਮਾਰਿਆ ਗੁਰੂ ਹਰਾਏ ਸਾਹਿਬ ਦੇ ਧੱਕੇ। ਇਹ ਸ਼ਬਦ ਪੁਰਾਤਨ ਸਿੰਘ ਪੜ੍ਹ ਲੈਂਦੇ ਹੁੰਦੇ ਸੀ, ਜਿੱਧਰ ਜਾਂਦੇ ਸੀ ਕੋਈ ਦੇਖ ਨਹੀਂ ਸੀ ਸਕਦਾ। ਐਸਾ ਜਾਪ ਕਰਦੇ ਸਿੱਖ ਬਾਹਰ ਨਿਕਲੇ, ਜੇਲ੍ਹ ਦੇ ਸਭ ਕਰਮਚਾਰੀ ਸੁੱਤੇ ਰਹਿ ਗਏ। ਹਰਖਤ ਹੈ ਕਰ ਛਿਪਰ ਸਿਧਾਨੇ। ਬੜੀ ਖੁਸ਼ੀ ਨਾਲ ਤਿੰਨੇ ਸਿੱਖ ਜੇਲ੍ਹ 'ਚੋਂ ਨਿਕਲ ਕੇ ਲਖਨੌਰ ਦੇ ਰਾਹ ਪੈ ਗਏ। ਨਿਕਸ ਗਏ ਤਾਰੇ ਪੁਨ ਭਿਰੇ। ਔਰ ਜਦੋਂ ਸਿੱਖ ਬਾਹਰ ਨਿਕਲ ਗਏ ਤਾਲੇ ਉਦਾਂ ਹੀ ਜੇਲ੍ਹ ਦੇ ਲੱਗ ਗਏ ਤੇ ਪਹਿਰੇਦਾਰ ਜਾਗ ਪਏ। ਪ੍ਰਥਮ ਸਮਾਨ ਸਕਲ ਕੁਛ ਕਰੇ। ਜਿਵੇਂ ਪਹਿਲਾਂ ਸਾਧ ਸੰਗਤ ਜੀ ਜੇਲ੍ਹ ਦੇ ਵਿੱਚ ਸਖਤੀ ਸੀ, ਉਦਾਂ ਹੀ ਸਭ ਕੁਝ ਹੋ ਗਈ, ਪਰ ਗੁਰੂ ਦੇ ਸਿੱਖ ਨਿਕਲ ਚੁੱਕੇ ਸਨ। ਜਨ ਮ੍ਰਿਤ ਕੇ ਮੁਖ ਤੇ ਨਿਕਸਾਏ। ਜਿਵੇਂ ਮਾਨੋ ਮੌਤ ਦੇ ਮੂੰਹ 'ਚੋਂ ਨਿਕਲੇ ਹੋਣ, ਕਾਲ ਦੇ ਮੂੰਹ 'ਚੋਂ ਨਿਕਲੇ ਹੋਣ। ਪੰਥ ਪਿਆਨਤ ਤੂਰਨ ਧਾਏ। ਔਰ ਫਿਰ ਇਹ ਤੁਰ ਪਏ ਹਨ ਤੇ ਸ੍ਰੀ ਕਲਗੀਧਰ ਪਾਤਸ਼ਾਹ ਨੂੰ ਜਾ ਮਿਲੇ ਹਨ। ਪਹੁੰਚੇ ਆਨ ਜਬ ਹੈ ਲਖਨੌਰ। ਜਦੋਂ ਇਹ ਤਿੰਨੇ ਸਿੱਖ ਦਿੱਲੀ ਤੋਂ ਲਗਭਗ 2 ਦਿਨ ਲੱਗ ਹੀ ਜਾਂਦੇ ਆ, ਕਿਉਂਕਿ 200 ਕਿਲੋਮੀਟਰ ਹੈ ਲਖਨੌਰ ਸਾਹਿਬ ਦਿੱਲੀ ਤੋਂ। 200 ਕਿਲੋਮੀਟਰ ਦਾ ਸਫ਼ਰ ਕਰਕੇ ਲਖਨੌਰ ਪਹੁੰਚ ਗਏ। ਦੇਖਤ ਗੁਰ ਕਟੰਬ ਤੇ ਸਠਾਰ। ਅੱਗੇ ਜਾ ਕੇ ਗੁਰੂ ਦਾ ਪਰਿਵਾਰ ਵੇਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਿਰਧ ਮਾਤਾ ਨਾਨਕੀ ਦੇ ਦਰਸ਼ਨ ਕੀਤੇ, ਮਾਤਾ ਗੁਜਰੀ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਤਿੰਨੋਂ ਬੰਧਨ ਕਰ ਢਿਗ ਬੈਸੇ। ਇਹ ਤਿੰਨੇ ਸਿੱਖ ਜਿਹੜੇ ਦਿੱਲੀ ਤੋਂ ਆਏ ਸੀ, ਆ ਕੇ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਕੇ ਬੈਠ ਗਏ। ਭਨਿਓ ਗੁਰਜਮ ਭਾਖਿਓ ਤੈਸੇ। ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੈਸੇਜ ਦਿੱਤਾ ਸੀ ਬਈ ਪਰਿਵਾਰ ਨੂੰ ਕਹੋ ਕਿ ਉਹ ਅਨੰਦਪੁਰ ਸਾਹਿਬ ਚਲੇ ਜਾਣ, ਤੇ ਸਾਡੀ ਹੁਣ ਸ਼ਹੀਦੀ ਦਾ ਟਾਈਮ ਆ ਗਿਆ ਹੈ। ਸਾਨੂੰ ਸ਼ਹੀਦ ਹੋਣ ਤੋਂ ਬਾਅਦ ਕਿਸੇ ਨੇ ਰੋਣਾ ਪਿੱਟਣਾ ਨਹੀਂ, ਬਾਣੀ ਪੜ੍ਹਨੀ ਹੈ, ਭਾਣਾ ਮੰਨਣਾ ਹੈ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਇਹ ਜਿਹੜਾ ਬਚਨ ਸੀ ਨਾ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ ਦਾ, ਉਹ ਜਾ ਕੇ 10ਵੇਂ ਪਾਤਸ਼ਾਹ ਨੂੰ ਤੇ ਪਰਿਵਾਰ ਨੂੰ ਸੁਣਾਇਆ ਹੈ। ਮਾਤ ਨਾਨਕੀ ਦੁਖ ਬਹੁ ਪਾਏ। ਜਦੋਂ ਇਹ ਗੁਰੂ ਸਾਹਿਬ ਦਾ ਮੈਸੇਜ ਆਇਆ, ਮਾਤਾ ਨਾਨਕੀ ਬਹੁਤ ਜ਼ਿਆਦਾ ਦੁਖੀ ਹੋਈ। ਮਾਂ ਦਾ ਪੁੱਤਰ ਮਾਂ ਦੀਆਂ ਅੱਖਾਂ ਦੇ ਸਾਹਮਣੇ ਜਾ ਰਿਹਾ। 3 ਪੁੱਤਰ ਹੋਏ ਮਾਤਾ ਨਾਨਕੀ ਦੀ ਕੁੱਖ ਤੋਂ 6ਵੇਂ ਪਾਤਸ਼ਾਹ ਦੇ। ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਦੂਜੇ ਨੰਬਰ ਦੇ ਮਹਿਲ ਸਨ। 3 ਬੱਚਿਆਂ ਨੂੰ ਜਨਮ ਦਿੱਤਾ ਹੈ। ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ। ਪਹਿਲਾਂ ਅਟਲ ਰਾਏ 9 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਫਿਰ ਬਾਬਾ ਅਣੀ ਰਾਏ ਮਸਤਾਨੇ ਦੀਵਾਨੇ ਰਹਿੰਦੇ ਸਨ, ਭਜਨ ਬੰਦਗੀ 'ਚ ਲੀਨ, ਸੰਸਾਰ ਤੋਂ ਬਿਲਕੁਲ ਨਿਆਰੇ, ਉਹ ਵੀ ਜੋਤੀ ਜੋਤ ਸਮਾ ਗਏ। ਰਹਿ ਗਏ ਸੀ ਗੁਰੂ ਤੇਗ ਬਹਾਦਰ ਸਾਹਿਬ, ਸਭ ਤੋਂ ਛੋਟੇ ਪੁੱਤਰ। ਅੱਜ ਬੁਢੇਪੇ ਦੀ ਅਵਸਥਾ 'ਚ ਉਹ ਵੀ ਜਾ ਰਹੇ ਨੇ।
ਤੇ ਮਾਂ ਉੱਤੇ ਕੀ ਬੀਤੇਗੀ? ਮਾਂ ਬਹੁਤ ਜ਼ਿਆਦਾ ਦੁਖੀ ਹੋਈ ਹੈ। ਬਾਰ ਬਾਰ ਬੂਝਹਿ ਪਛਤਾਏ। ਬਾਰ ਬਾਰ ਆਪਣੇ ਪੁੱਤਰ ਬਾਰੇ, ਗੁਰੂ ਤੇਗ ਬਹਾਦਰ ਬਾਰੇ ਪੁੱਛਦੀ ਹੈ ਉਹਨਾਂ ਸਿੱਖਾਂ ਨੂੰ ਵੀ ਦੱਸੋ ਤੁਸੀਂ ਗੁਰੂ ਸਾਹਿਬ ਨੂੰ ਕਿਹੜੀ ਹਾਲਤ ਵਿੱਚ ਛੱਡ ਕੇ ਆਏ ਹੋ? ਮਹਾਰਾਜ ਦੀ ਸਿਹਤ ਕਿਵੇਂ ਹੈ? ਮਹਾਰਾਜ ਪ੍ਰਸ਼ਾਦਾ ਛਕਦੇ ਨੇ ਕਿ ਨਹੀਂ ਛਕਦੇ? ਜੇਲ੍ਹ ਦੇ ਵਿੱਚ ਨਹਾਉਣ ਧੋਣ ਦਾ, ਬਹਿਣ ਉੱਠਣ ਦਾ, ਖਾਣ ਪੀਣ ਦਾ ਉਹਨਾਂ ਦਾ ਕਿੱਦਾਂ ਦਾ ਬੰਦੋਬਸਤ ਕੀਤਾ ਹੋਇਆ? ਇਹ ਗੱਲ ਪੁੱਛਦੇ ਹਨ। ਤੁਮ ਸਮ ਕਿਉ ਨਹ ਨਿਕਸਤ ਆਏ। ਜੇ ਤੁਸੀਂ ਨਿਕਲ ਕੇ ਆ ਗਏ ਹੋ ਜੇਲ੍ਹ ਵਿੱਚੋਂ ਤੇ ਗੁਰੂ ਸਾਹਿਬ ਨੂੰ ਵੀ ਨਾਲ ਲੈ ਆਉਣਾ ਸੀ, ਉਹ ਕਿਉਂ ਨਹੀਂ ਨਿਕਲ ਕੇ ਆਏ? ਉਹ ਕਿਉਂ ਉਸ ਜੇਲ੍ਹ ਵਿੱਚ ਰਹਿ ਗਏ ਹਨ? ਤੁਰਕ ਕੈਦ ਮਹਿ ਕਿਉ ਦੁਖ ਪਾਏ। ਕਿਉਂ ਤੁਰਕਾਂ ਦੀ, ਪਾਪੀਆਂ ਦੀ, ਔਰੰਗਜ਼ੇਬ ਦੀ ਕੈਦ ਵਿੱਚ ਦੁੱਖ ਪਾ ਰਹੇ ਨੇ ਗੁਰੂ ਸਾਹਿਬ ਜੀ? ਸੁਣਤੀ ਨਹੁ ਸਿੱਖਿਅਨ ਸਮਝਾਈ। ਇਹ ਗੱਲ ਸੁਣ ਕੇ ਮਾਤਾ ਨਾਨਕੀ ਨੂੰ ਤਿੰਨਾਂ ਸਿੱਖਾਂ ਨੇ ਦੱਸਿਆ। ਕਹੈ ਕਿ ਅੰਤ ਸਮਾਨਿਆ ਰਾਈ। ਮਾਤਾ ਜੀ ਅਸੀਂ ਤਾਂ ਕਹਿੰਦੇ ਸੀ ਵੀ ਗੁਰੂ ਸਾਹਿਬ ਨਾਲ ਹੀ ਚੱਲੋ, ਪਰ ਗੁਰੂ ਸਾਹਿਬ ਕਹਿੰਦੇ ਸਾਡਾ ਸ਼ਹੀਦੀ ਦਾ ਸਮਾਂ ਹੈ, ਸਾਡਾ ਅੰਤ ਸਮਾਂ ਆ ਗਿਆ, ਅਸੀਂ ਇੱਥੇ ਔਰੰਗਜ਼ੇਬ ਦੇ ਸਿਰ ਆਪਣੇ ਸਰੀਰ ਦਾ ਬਲੀਦਾਨ ਦੇਣਾ ਹੈ, ਇਹ ਸਰੀਰ ਰੂਪੀ ਠੀਕਰਾ ਭੰਨਣਾ ਔਰੰਗੇ ਦੇ ਸਿਰ ਵਿੱਚ। ਇਹਾ ਤਿਆਗ ਤਨ ਕੂਰੋ ਕਰੈ। ਗੁਰੂ ਸਾਹਿਬ ਕਹਿੰਦੇ ਸੀ ਅਸੀਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪਾ ਕੇ ਔਰੰਗਜ਼ੇਬ ਨੂੰ ਝੂਠਿਆਂ ਕਰ ਦੇਣਾ ਹੈ। ਰਾਜ ਤੇਜ ਤੁਰਕਨ ਕੋ ਹਰੈ। ਇਹ ਤੁਰਕਾਂ ਦਾ ਰਾਜ ਤੇਜ ਨਾਸ ਕਰ ਦਿਆਂਗੇ, ਖਤਮ ਕਰ ਦਿਆਂਗੇ, ਇਹਨਾਂ ਜ਼ਾਲਮਾਂ ਪਾਪੀਆਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿਆਂਗੇ। ਤੁਮ ਆਨੰਦਪੁਰ ਜਾਣੇ ਕਹਿਓ। ਤੇ ਮਾਤਾ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਗੁਰੂ ਕਲਗੀਧਰ ਜੀ ਨੂੰ ਸੁਨੇਹਾ ਦਿੱਤਾ ਹੈ ਵੀ ਤੁਸੀਂ ਹੁਣ ਆਨੰਦਪੁਰ ਸਾਹਿਬ ਚਲੇ ਜਾਓ, ਲਖਨੌਰ ਪਿੰਡ 'ਚ ਨਾ ਰਹੋ। ਨਿਜਪੁਰ ਬਸਹੁ ਇਹੀ ਗੁਰ ਚਾਹਿਓ। ਆਨੰਦਪੁਰ ਸਾਹਿਬ ਆਪਣੀ ਧਰਤੀ ਹੈ, ਉੱਥੇ ਰਹੋ ਆਰਾਮ ਦੇ ਨਾਲ। ਸਾਸ ਨ ਖਾਦੋ ਨਹੁ ਦੁਖ ਪਾਵੈ। ਇਹ ਜਿਹੜਾ ਬਚਨ ਸੀ ਨਾ ਸਾਧ ਸੰਗਤ ਜੀ ਆਪਾਂ ਦਾ ਸੁਣ ਰਹੇ ਹਾਂ, ਪਰ ਜਿਸ ਵੇਲੇ ਸਿੱਖਾਂ ਨੇ ਦਿੱਲੀੋਂ ਆ ਕੇ ਮਾਤਾ ਨਾਨਕੀ, ਮਾਤਾ ਗੁਜਰੀ ਜੀ ਨੂੰ ਕਿਹਾ ਹੋਣਾ, ਉਹਨਾਂ ਦੇ ਦਿਲ 'ਤੇ ਕੀ ਬੀਤੀ ਹੋਣੀ ਹੈ, ਇਹ ਦੋਵੇਂ ਮਾਤਾ ਹੀ ਜਾਣਦੀਆਂ ਨੇ। ਸਾਸ ਨੁਖਾ ਸੁਣ ਕੇ ਦੁੱਖ ਪਾਵੈ। ਦੋਵੇਂ ਸੱਸਾਂ ਨੋਹਾਂ, ਮਾਤਾ ਨਾਨਕੀ ਤੇ ਮਾਤਾ ਗੁਜਰੀ, ਇਹ ਦੁੱਖ ਭਰੀ ਖਬਰ ਸੁਣ ਕੇ ਬਹੁਤ ਜ਼ਿਆਦਾ ਗਮਗੀਨ ਹੋ ਗਈਆਂ। ਕਹਾ ਕਰੀ ਕਤ ਸਤਿਗੁਰ ਧਿਆਵੈ। ਕਹਿੰਦੀਆਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਕੀ ਖੇਡ ਰਚਾ ਦਿੱਤੀ ਆਪ ਜੀ ਨੇ। ਬਾਲ ਸਰੂਪ ਕਹਿਓ ਗੁਰ ਪੂਰੇ। ਉਸ ਵੇਲੇ ਸਾਧ ਸੰਗਤ ਜੀ 9 ਸਾਲਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਦਾਦੀ ਨੂੰ ਤੇ ਆਪਣੀ ਮਾਂ ਨੂੰ ਇਉਂ ਕਹਿਣ ਲੱਗੇ, ਹੈ ਆਨੰਦਪੁਰ ਕੇਤਕ ਦੂਰੇ। ਮਾਤਾ ਜੀ ਆਨੰਦਪੁਰ ਕਿੰਨੀ ਕੁ ਦੂਰ ਹੈ? ਤਹ ਰਮਣੀਕ ਥਾਨ ਕਾ ਨਾਹੀ। ਕੀ ਉਹ ਤੁਹਾਨੂੰ ਚੰਗੀ ਨਹੀਂ ਲੱਗਦੀ ਜਗ੍ਹਾ? ਰਮਣੀਕ ਨਹੀਂ ਹੈ? ਪਿਤਾ ਜੀ ਤਾਂ ਕਹਿੰਦੇ ਸੀ ਬੜੀ ਸੁੰਦਰ ਧਰਤੀ ਆਨੰਦਪੁਰ ਦੀ, ਪਹਾੜੀਆਂ ਬੜੀਆਂ ਸੋਹਣੀਆਂ, ਦਰਿਆ ਸਤਲੁਜ ਕੋਲ ਵਗਦਾ ਹੈ। ਸਾਡੇ ਬਜ਼ੁਰਗਾਂ ਦੀ, ਗੁਰੂ 6ਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੀ ਧਰਤੀ ਕੀਰਤਪੁਰ ਸਾਹਿਬ ਲਾਗੇ ਹੈ, ਤੇ ਤੁਸੀਂ ਉੱਥੇ ਕਿਉਂ ਨਹੀਂ ਚੱਲਦੇ ਦਾਦੀ ਜੀ? ਸਤਿਗੁਰ ਪੁਰ ਬਸਾਏ ਜਿਸ ਮਾਹੀ। ਜਿੱਥੇ ਮਹਾਰਾਜ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨਗਰ ਵਸਾ ਕੇ ਗਏ ਨੇ, ਉਹ ਜਗ੍ਹਾ ਠੀਕ ਹੀ ਹੋਣੀ ਹੈ। ਚਲੋ ਮਾਤਾ ਜੀ ਸਾਨੂੰ ਉੱਥੇ ਲੈ ਚਲੋ। ਪਹੁੰਚਨ ਬਸਬੇ ਆਇਸ ਦੀਨ। ਉੱਥੇ ਜਾ ਕੇ ਉਹਨਾਂ ਨੇ ਰਹਿਣ ਦੀ ਆਗਿਆ ਕੀਤੀ ਹੈ, ਹੁਕਮ ਦਿੱਤਾ ਵੀ ਆਨੰਦਪੁਰ ਜਾ ਕੇ ਰਹੋ। ਤੋ ਹਮ ਜਾਏ ਤਹਾ ਹਿਤ ਕੀਨ। ਸੋ ਸਾਡਾ ਮਨ ਹੁਣ ਉੱਥੇ ਜਾਣ ਨੂੰ ਕਰਦਾ ਹੈ। ਮਾਤਾ ਜੀ ਸਾਨੂੰ ਆਨੰਦਪੁਰ ਸਾਹਿਬ ਲੈ ਚੱਲੋ। ਦੋਨੋਂ ਮਾਤਨ ਸੋ ਕਹਿ ਬੈਨ। ਇਹ ਬਾਰ-ਬਾਰ ਕਲਗੀਧਰ ਜੀ ਆਪਣੀਆਂ ਦੋਵਾਂ ਮਾਤਾ ਨੂੰ, ਆਪਣੀ ਦਾਦੀ ਮਾਂ ਨੂੰ ਤੇ ਆਪਣੀ ਜਨਮਦਾਤੀ ਮਾਂ ਗੁਜਰੀ ਨੂੰ ਕਹਿੰਦੇ ਹਨ, ਮਾਨੋ ਬਾਕ ਚਿੰਤ ਕੋ ਹੈ ਨਾ। ਮਾਤਾ ਜੀ ਗੱਲ ਮੰਨ ਲਓ, ਚਿੰਤਾ ਨਾ ਕਰੋ, ਮਹਾਰਾਜ ਦਾ ਹੁਕਮ ਮੰਨਣ ਵਿੱਚ ਹੀ ਭਲਾ ਹੈ। ਆਪਾਂ ਆਨੰਦਪੁਰ ਸਾਹਿਬ ਚੱਲੀਏ। ਇਹਾ ਕਹਾ ਲਗ ਦੁਰ ਹਮ ਰਹਿ। ਇਹ ਮਾਤਾ ਜੀ ਆਪਾਂ ਇੱਥੇ ਨਿੱਕੇ ਜਿਹੇ ਪਿੰਡ ਲਖਨੌਰ 'ਚ ਕਿੰਨਾ ਚਿਰ ਲੁੱਕ ਕੇ ਬੈਠੇ ਰਵਾਂਗੇ? ਸ਼ੇਰ ਕਦੀ ਗੁਫਾਵਾਂ 'ਚ ਲੁਕਦੇ ਆ, ਸ਼ੇਰ ਤਾਂ ਗਰਜਦੇ ਆ, ਬੱਬਰ ਸ਼ੇਰ। 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਿੰਨਾ ਚਿਰ ਇੱਥੇ ਬੈਠੇ ਰਵਾਂਗੇ ਨਿੱਕੇ ਜਿਹੇ ਪਿੰਡ 'ਚ ਲੁੱਕ ਕੇ? ਪਿਤ ਕੋ ਪਲਟਾ ਲੈ ਬੇਚਾਹ। ਅਸੀਂ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣਾ ਮਾਤਾ ਜੀ।
ਇਹ ਜਿਹੜੇ ਸਾਡੇ ਪਿਤਾ ਜੀ ਨੂੰ ਜੇਲ੍ਹਾਂ ਦੀਆਂ ਸਲਾਖਾਂ 'ਚ ਬੰਦ ਕਰਕੇ ਬੈਠਾ ਔਰੰਗਜ਼ੇਬ, ਇਹਦੀਆਂ ਸਲਾਖਾਂ ਤੋੜ ਦੇਣੀਆਂ ਨੇ। ਕਰੋ ਤੁਰਕ ਕੀ ਜਰਾ ਉਖਾਰਨ। ਇਹ ਮਾਤਾ ਜੀ, ਅਸੀਂ ਤੁਰਕਾਂ ਦੀਆਂ ਜੜ੍ਹਾਂ ਪੁੱਟ ਦੇਣੀਆਂ ਨੇ। ਇਹਨਾਂ ਮੁਗਲਾਂ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ 'ਚ ਸੁੱਟਾਂਗੇ। ਮਾਰਨ ਕਰੋ ਜੰਗ ਰਚ ਦਾਰਨ। ਭਿਆਨਕ ਯੁੱਧ ਕਰਾਂਗੇ, ਖੰਡੇ ਖੜਕਾਵਾਂਗੇ। ਐਸਾ ਯੁੱਧ ਕਰਾਂਗੇ ਕਿ ਲੱਖਾਂ ਫੌਜਾਂ ਇਹਨਾਂ ਦੀਆਂ ਤਰਾ ਕਰਕੇ ਭੱਜਿਆ ਕਰਨਗੀਆਂ। ਅਬ ਲਖਨੌਰ ਬਿਖੈ ਨਹਿ ਬਸਨਾ। ਹੁਣ ਨਹੀਂ ਅਸੀਂ ਇਸ ਨਿੱਕੇ ਜਿਹੇ ਪਿੰਡ 'ਚ ਲਖਨੌਰ 'ਚ ਰਹਿਣਾ ਮਾਤਾ ਜੀ, ਸਾਨੂੰ ਆਨੰਦਪੁਰ ਸਾਹਿਬ ਲੈ ਚੱਲੋ। ਉਚਰਿਓ ਪਿਤਾ ਆਪ ਜੋ ਰਸਨਾ। ਇਹ ਬਚਨ ਪਿਤਾ ਜੀ ਨੇ ਕਹੇ ਹਨ। ਉਹਨਾਂ ਦਾ ਹੁਕਮ ਹੈ ਵੀ ਲਖਨੌਰ ਸਾਹਿਬ ਤੋਂ ਆਨੰਦਪੁਰ ਸਾਹਿਬ ਚਲੇ ਜਾਓ। ਤੇ ਇਸ ਕਰਕੇ ਮਾਤਾ ਜੀ ਹੁਣ ਸਾਨੂੰ ਸੀਘਰ ਤਿਆਰੀ ਕਰਨੀ ਚਾਹੀਦੀ ਹੈ। ਸੁਨ ਦੁਆ ਮਾਤਨ ਡਰ ਕੋ ਪਾਵੈ। ਇਹ ਸੁਣ ਕੇ ਦੋਵੇਂ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਮਨ 'ਚ ਡਰ ਮੰਨਦੀਆਂ ਨੇ। ਬਹੁ ਬਿਦ ਕਹਿਸਤ ਕੋ ਸਮਝਾਵੈ। ਨਾ ਪੁੱਤਰ, ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ। ਬੜੇ ਪਿਆਰ ਨਾਲ ਮਾਤਾ ਗੁਜਰੀ ਤੇ ਮਾਤਾ ਨਾਨਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਾਉਂਦੀਆਂ ਨੇ। ਇਸ ਬਿਦ ਕਹੋ ਨਾ ਕਿਸੈ ਸੁਨਾਵਹੁ। ਪੁੱਤਰ, ਇਦਾਂ ਦੀਆਂ ਗੱਲਾਂ ਉੱਚੀਆਂ ਨਹੀਂ ਬੋਲੀ ਦੀਆਂ, ਕਿਸੇ ਦੇ ਕੰਨੀ ਨਾ ਪੈ ਜਾਣ, ਇਹ ਗੱਲ ਨਾ ਕਰਿਆ ਕਰ। ਗਹਨ ਆਏ ਥਿਰ ਹੋ ਇਸ ਥਾਵਹੁ। ਹਾਂ, ਆਪਾਂ ਇੱਥੇ ਬੈਠੇ ਹਾਂ, ਟਾਈਮ ਕੱਟ ਰਹੇ ਹਾਂ। ਦੁਸ਼ਮਣ ਦਾ ਡੰਗ ਤਿੱਖਾ ਹੈ। ਸਰਕਾਰ ਇਸ ਵੇਲੇ ਸਾਡੇ ਮਗਰ ਪਈ ਹੋਈ ਹੈ। ਜੇ ਤੁਹਾਡੇ ਮੂੰਹ ਤੋਂ ਇਹ ਗੱਲ ਕਿਸੇ ਦੁਸ਼ਟ ਪਾਪੀ ਨੇ ਸੁਣ ਲਈ ਤੇ ਹੋ ਸਕਦਾ ਸਰਕਾਰ ਆ ਕੇ ਸਾਨੂੰ ਇੱਥੇ ਪਰੇਸ਼ਾਨ ਕਰੇ, ਗ੍ਰਿਫਤਾਰ ਨਾ ਕਰ ਲਵੇ ਤੁਹਾਨੂੰ ਵੀ। ਨਹਿ ਕੋ ਜਾਣਹਿ ਬਾਸ ਕਰਨ ਤੇ। ਅਜੇ ਕਿਸੇ ਨੂੰ ਪਤਾ ਨਹੀਂ ਆਪਾਂ ਕਿੱਥੇ ਬੈਠੇ ਹੋਏ ਹਾਂ, ਟਾਈਮ ਕੱਟ ਰਹੇ ਹਾਂ। ਬਸ ਇਕਾਕੀ ਥਲ ਸੁਖਵੰਤੇ। ਨਾਲੇ ਇਹ ਪਿੰਡ ਜਿਹੜਾ ਹੈ ਸ਼ਾਂਤ ਜਗ੍ਹਾ ਤੇ ਹੈ, ਇੱਥੇ ਲੜਾਈ ਝਗੜੇ ਦਾ ਮਾਹੌਲ ਨਹੀਂ ਹੈ। ਚੁੱਪ ਕਰਕੇ ਥੋੜਾ ਸਮਾਂ ਇੱਥੇ ਰਵੋ ਪੁੱਤਰ। ਸੁਨ ਗੁਰ ਮਾਤਨ ਕੋ ਤਬ ਕਹੈ। ਗੁਰੂ ਕਲਗੀਧਰ ਆਪਣੀਆਂ ਮਾਵਾਂ ਦੀ ਦਾਦੀ ਦੀ ਗੱਲ ਸੁਣ ਕੇ ਬੋਲੇ, ਪਿਤ ਬਚ ਪਰ ਹਮ ਨਿਸ਼ਚਾ ਅਹੈ। ਮਾਤਾ ਜੀ, ਸਾਨੂੰ ਨਹੀਂ ਡਰ ਲੱਗਦਾ, ਡਰ ਸਾਡੇ ਲਾਗਿਓਂ ਵੀ ਨਹੀਂ ਲੰਘਦਾ। ਸਾਨੂੰ ਆਪਣੇ ਪਿਤਾ ਦੇ ਬਚਨਾਂ ਤੇ ਭਰੋਸਾ ਹੈ। ਕਹੈ ਸੋ ਹੋਏ ਭਵਿਖਿਅਤ ਮਾਹੀ। ਕਿਉਂਕਿ ਉਹਨਾਂ ਦੇ ਬਚਨ ਨੇ, ਜੋ ਉਹਨਾਂ ਦੇ ਬਚਨ ਮੂੰਹ ਤੋਂ ਨਿਕਲੇ ਨੇ, ਹੋਣੇ ਹੀ ਹੋਣੇ ਨੇ। ਦੁਨੀਆ ਦੀ ਕੋਈ ਤਾਕਤ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲਾਂ ਨੂੰ ਟਾਲ ਨਹੀਂ ਸਕਦੀ ਮਾਤਾ ਜੀ। ਭਵਿੱਖਵਾਰ ਤਾਂ ਉਹੀ ਹੋਣੀ ਹੈ ਜਿਹੜੀ ਗੁਰੂ ਸਾਹਿਬ ਨੇ ਆਖੀ ਹੈ। ਅਟਲ ਬਾਕ ਸੋ ਡੋਲਹਿ ਨਾਹੀ। ਉਹਨਾਂ ਦੇ ਅਟਲ ਬਚਨ ਨੇ ਤੇ ਉਹ ਕੋਈ ਵੀ ਉਹਨਾਂ ਬਚਨਾਂ ਦੀ ਕਾਟ ਨਹੀਂ ਕਰ ਸਕਦਾ, ਕੋਈ ਉਹਨਾਂ ਬਚਨਾਂ ਨੂੰ ਟਾਲ ਨਹੀਂ ਸਕਦਾ। ਕਿਉ ਬਿਖਾਦ ਮਹਿ ਚਿੰਤਾ ਕਰੋ। ਮਾਤਾ ਜੀ, ਕਿਉਂ ਚਿੰਤਾ ਕਰਦੇ ਹੋ? ਕਿਉਂ ਮਨ ਦੁਖੀ ਕਰਦੇ ਹੋ? ਹੋਏ ਕਲਿਆਣ ਹਿਰਦੈ ਨਹਿ ਡਰੋ। ਤੁਸੀਂ ਮਨ 'ਚ ਡਰ ਨਾ ਮੰਨੋ, ਜੋ ਵੀ ਹੋਵੇਗਾ ਭਲਾ ਹੀ ਹੋਵੇਗਾ। ਸਕਲ ਕਲਾ ਸਮਰੱਥ ਉਦਾਰੇ। ਸ੍ਰੀ ਸਤਿਗੁਰੂ ਸਾਡੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਰਬ ਕਲਾ ਸਮਰੱਥ ਹਨ। ਚਾਹ ਜੋ ਕਰੈ ਸੋ ਪਿਤਾ ਹਮਾਰੇ। ਸਾਡੇ ਪਿਤਾ ਜੀ ਜੋ ਚਾਹਣ ਸੋ ਕਰ ਸਕਦੇ ਹਨ ਮਾਤਾ ਜੀ। ਆਪ ਹੈ ਜਾਏ ਕੈਦ ਮਹਿ ਪਰੇ। ਉਹਨਾਂ ਨੂੰ ਕੌਣ ਕੈਦ 'ਚ ਪਾ ਸਕਦਾ? ਉਹ ਤੇ ਆਪ ਹੀ ਤੁਰਕਾਂ ਦੀ ਕੈਦ ਵਿੱਚ ਪਏ ਹਨ। ਆਪ ਹੈ ਤਨ ਤਜਬੇ ਉਰ ਧਰੇ। ਤੇ ਆਪ ਹੀ ਉਹਨਾਂ ਨੇ ਸ਼ਹੀਦੀ ਪਾਉਣ ਦਾ ਫੈਸਲਾ ਕੀਤਾ ਹੈ। ਸਭ ਕੇ ਆਹ ਸਹਾਇਕ ਸੋਏ। ਉਹ ਸਭ ਦੇ ਸਹਾਈ ਹਨ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸੇਵਕਾਂ ਦੇ ਦੇਸ਼ਾਂ ਪ੍ਰਦੇਸ਼ਾਂ 'ਚ ਸਹਾਈ ਹਨ। ਤਿਨ ਹਿਤ ਜਤਨ ਕਰ ਹੈ ਕਿਆ ਕੋਏ। ਹੇ ਮਾਤਾ ਜੀ, ਐਸੇ ਸਤਿਗੁਰੂ ਵਾਸਤੇ ਅਸੀਂ ਕੀ ਯਤਨ ਕਰ ਸਕਦੇ ਹਾਂ? ਕੋਈ ਇਨਸਾਨ ਉਹਨਾਂ ਦਾ ਨਾ ਦਾ ਵਾਲ ਵਿੰਗਾ ਕਰ ਸਕਦਾ ਹੈ ਤੇ ਨਾ ਕੋਈ ਉਹਨਾਂ ਦਾ ਸਵਾਰ ਹੀ ਸਕਦਾ ਹੈ, ਕਿਉਂਕਿ ਉਹ ਆਪ ਹੀ ਕਰਨ ਕਾਰਨ ਸਮਰੱਥ ਹਨ। ਪੰਜਹ ਰਚਹ ਜਗਤ ਕਹ ਸਾਰੇ। ਉਹ ਆਪ ਹੀ ਸੰਸਾਰ ਨੂੰ ਭੰਨ ਸਕਦੇ ਨੇ ਤੇ ਆਪ ਹੀ ਸੰਸਾਰ ਨੂੰ ਰਚ ਸਕਦੇ ਨੇ। ਭੰਨਣ ਘੜਨ ਸਮਰੱਥ ਗੁਰੂ ਸਾਹਿਬ ਆਪ ਹਨ। ਤਿਨ ਆਗਿਆ ਕਿਆ ਤੁਰਕ ਵਿਚਾਰੇ। ਹੇ ਮਾਤਾ ਜੀ, ਇਹ ਤੁਰਕ ਵਿਚਾਰੇ ਔਰੰਗਜ਼ੇਬ ਵਰਗੇ ਕੀ ਚੀਜ਼ ਹਨ? ਉਹਨਾਂ ਦੇ ਸਾਹਮਣੇ ਇਹਨਾਂ ਦੀ ਕੋਈ ਵੈਲਿਊ ਹੈ? ਜਿਵੇਂ ਹਾਥੀ ਦੇ ਸਾਹਮਣੇ ਖਰਗੋਸ਼ ਹੁੰਦਾ ਹੈ, ਇਹ ਤਾਂ ਵਿਚਾਰੇ ਉਨੀ ਵੀ ਔਕਾਤ ਨਹੀਂ ਰੱਖਦੇ। ਏਕ ਬਾਕ ਤੇ ਨਾਸ਼ ਕਰਨ ਤੇ। ਗੁਰੂ ਸਾਹਿਬ ਤਾਂ ਇੱਕ ਬੋਲ ਦੇ ਨਾਲ ਇਹਨਾਂ ਦਾ ਨਾਸ ਕਰ ਸਕਦੇ ਹਨ। ਪੀਰ ਅਮੀਰ ਨਹੀਂ ਉਬਰੰਤੇ। ਇਹ ਮਾਤਾ ਜੀ, ਇਹਨਾਂ ਤੁਰਕਾਂ ਦਾ ਕੋਈ ਪੀਰ ਤੇ ਇਹਨਾਂ ਦਾ ਕੋਈ ਅਮੀਰ
ਕਿਸੇ ਤਰ੍ਹਾਂ ਵੀ ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ। ਤਿਨ ਹਿਤ ਚਿੰਤਾ ਕਰਨ ਉਪਾਏ। ਐਸੇ ਸਤਿਗੁਰਾਂ ਦੇ ਵਾਸਤੇ ਚਿੰਤਾ ਸਾਨੂੰ ਨਹੀਂ ਕਰਨੀ ਚਾਹੀਦੀ। ਉਹ ਜੋ ਕਰ ਰਹੇ ਨੇ ਆਪਣੀ ਮਰਜ਼ੀ ਅਨੁਸਾਰ ਹੀ ਕਰ ਰਹੇ ਨੇ। ਅਹ ਬਾਦ ਸੋ ਨਿਸ਼ਫਲ ਜਾਏ। ਜੋ ਆਪਾਂ ਕੋਈ ਉਹਨਾਂ ਦੇ ਵਾਸਤੇ ਯਤਨ ਕਰਾਂਗੇ ਵੀ ਤਾਂ ਉਹ ਨਿਸ਼ਫਲ ਜਾਏਗਾ। ਇਤਿਆਦਿਕ ਬਹੁ ਕਹਿ ਸਮਝਾਈ। ਇਸ ਤਰ੍ਹਾਂ ਸ੍ਰੀ ਮਾਤਾ ਨਾਨਕੀ ਜੀ ਨੂੰ, ਮਾਤਾ ਗੁਜਰੀ ਜੀ ਨੂੰ 9 ਸਾਲ ਦੇ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੌਸਲਾ ਦਿੰਦੇ ਨੇ। ਸਤ ਤੇ ਸੁਨ ਕੁਛ ਧੀਰਜ ਪਾਈ। ਆਪਣੇ ਲਾਡਲੇ ਪੁੱਤਰ ਤੇ ਪੋਤਰੇ ਦੀਆਂ ਗੱਲਾਂ ਸੁਣ ਕੇ ਦੋਵਾਂ ਮਾਈਆਂ ਨੂੰ ਕੁਝ ਹੌਸਲਾ ਹੋਇਆ ਹੈ। ਪਠੇ ਆਨੰਦਪੁਰ ਕੋ ਨਰ ਫੇਰ। ਉਸੇ ਵੇਲੇ ਕੁਝ ਬੰਦੇ ਸ੍ਰੀ ਆਨੰਦਪੁਰ ਸਾਹਿਬ ਵੱਲ ਤੋਰ ਦਿੱਤੇ ਸਿੱਖ। ਵਾਹਨ ਹਿਤ ਮੰਗਵਾਵਨ ਕੇਰ। ਕਿ ਆਨੰਦਪੁਰ ਸਾਹਿਬ ਤੋਂ ਜਿਹੜੇ ਗੱਡੇ ਹਨ, ਰੇੜੇ ਹਨ, ਉਹ ਮੰਗਵਾਈਏ ਤੇ ਉਹਨਾਂ ਤੇ ਬਹਿ ਕੇ ਸਮਾਨ ਲੱਦ ਕੇ ਆਪਾਂ ਆਨੰਦਪੁਰ ਸਾਹਿਬ ਜਾਈਏ। ਸ਼੍ਰੀ ਗੁਜਰੀ ਕਹਤੇ ਸਮਝਾਇਆ। ਮਾਤਾ ਗੁਜਰੀ ਜੀ ਨੇ ਜਿਹੜੇ ਸਿੱਖਾਂ ਨੂੰ ਆਨੰਦਪੁਰ ਸਾਹਿਬ ਵੱਲ ਤੋਰਿਆ ਉਹਨਾਂ ਨੂੰ ਸਮਝਾ ਦਿੱਤਾ ਮਮ ਭਰਾਤਾ ਸੰਗ ਦੇਹ ਅਲਾਇਓ। ਕਿ ਮੇਰੇ ਵੀਰ ਕਿਰਪਾਲ ਚੰਦ ਨੂੰ ਮੇਰਾ ਸੁਨੇਹਾ ਦੇ ਦਵੀਂ। ਆਖੀ ਵੀ ਤੇਰੇ ਭੈਣ ਜੀ ਕਹਿੰਦੇ ਸੀ ਫਟਾਫਟ ਗੱਡੇ ਰੇੜੇ ਲੈ ਕੇ, ਰੱਥ ਤੇ ਪਾਲਕੀਆਂ ਲੈ ਕੇ ਆਨੰਦਪੁਰ ਸਾਹਿਬ ਤੋਂ ਲਖਨੌਰ ਪਿੰਡ ਆ ਜਾਓ। ਏਕ ਤਰੰਗ ਮੋਲ ਵੱਡ ਕੇਰਾ। ਤੇ ਇੱਕ ਬਹੁਤ ਮਹਿੰਗਾ ਕੀਮਤੀ ਘੋੜਾ ਵੀ ਲੈ ਕੇ ਆਓ। ਲੈ ਆਵਹੁ ਸ਼ਿੰਗਾਰ ਬਡੇਰਾ। ਘੋੜਾ ਸ਼ਿੰਗਾਰ ਕੇ ਲਿਆਓ ਸੋਹਣਾ ਦਸ਼ਮੇਸ਼ ਵਾਸਤੇ। ਬ੍ਰਿਖਪਨ ਜੋ ਰਹ ਸਿੰਦਨ ਅਨਹ। ਤੇ ਰੱਥਾਂ ਦੇ ਵਿੱਚ ਚੰਗੇ ਬਲਦ ਜੋੜ ਕੇ ਲਿਆਓ। ਨਰ ਬ੍ਰਿੰਦਨ ਲੈ ਕਰ ਪ੍ਰਸਥਾਨ। ਔਰ ਬਹੁਤ ਸਾਰੇ ਨੌਕਰ ਚਾਕਰ ਸਿੱਖ ਸੇਵਾਦਾਰ ਲੈ ਕੇ ਚੱਲ ਪਓ ਆਨੰਦਪੁਰ ਸਾਹਿਬ ਤੋਂ ਛੇਤੀ ਨਾਲ। ਜਥਾ ਗਰਨ ਕੀ ਦਸ਼ਾ ਸੁਨਾਵਹੁ। ਔਰ ਜੋ ਦਿੱਲੀ ਦੀ ਹਾਲਤ ਹੈ ਉਹ ਵੀ ਮਾਮੇ ਕਿਰਪਾਲ ਚੰਦ ਨੂੰ ਜਾ ਕੇ ਆਨੰਦਪੁਰ ਸਾਹਿਬ ਦੱਸ ਦਿਓ। ਸੁਨ ਚਲ ਪਰਹੁ ਨਹੀਂ ਬਿਲਮਾਵਹੁ। ਤੇ ਉਹਨਾਂ ਨੂੰ ਇਹ ਵੀ ਕਹਿ ਦੇਣਾ ਵੀ ਤੁਹਾਡੀ ਭੈਣ ਕਹਿੰਦੀ ਸੀ, ਗੁਜਰੀ ਕਹਿੰਦੀ ਸੀ ਵੀ ਕਿਰਪਾਲ ਚੰਦ ਦੇਰ ਨਾ ਲਾਈ, ਸੁਣਦਿਆਂ ਸਾਰ ਹੀ ਚੱਲ ਪਵੀਂ। ਇਤਿਆਦਿਕ ਦੇ ਅਪਰ ਸੰਦੇਸੇ। ਇਸ ਤਰ੍ਹਾਂ ਧੰਨ ਧੰਨ ਮਾਤਾ ਗੁਜਰੀ ਜੀ ਨੇ ਆਪਣੇ ਭਰਾ ਮਾਮੇ ਕਿਰਪਾਲ ਚੰਦ ਨੂੰ ਸੁਨੇਹਾ ਭੇਜਿਆ ਹੈ। ਹਿਰਦੇ ਬਸੂਰਤ ਕਸ਼ਟ ਵਿਸ਼ੇਸ਼ੇ। ਮਨ ਦੇ ਵਿੱਚ ਕਸ਼ਟ ਵੀ ਬੜਾ ਭਾਰੀ ਹੈ, ਦੁੱਖ ਦੀ ਘੜੀ ਹੈ ਸਾਰੇ ਪਰਿਵਾਰ ਉੱਤੇ, ਸਾਰੀ ਸਿੱਖ ਗੁਰੂ ਨਾਨਕ ਪਾਤਸ਼ਾਹ ਦਾ ਜਿੰਨਾ ਵੀ ਪੰਥ ਹੈ ਨਾ ਉਹਦੇ ਉੱਤੇ ਵੀ ਦੁੱਖ ਦੀ ਘੜੀ ਆਈ ਹੋਈ ਹੈ। ਜਿੱਥੇ ਜਿੱਥੇ ਸਿੱਖ ਬੈਠੇ ਨੇ ਚਿੰਤਾ 'ਚ ਪਏ ਹੋਏ ਨੇ। ਕਿਤੇ ਵੀ ਰੋਟੀ ਚੁੱਲ੍ਹੇ 'ਚ ਪਕਾ ਕੇ ਖਾਣ ਨੂੰ ਜੀ ਨਹੀਂ ਕਰਦਾ, ਕਿਸੇ ਦੇ ਮੂੰਹ 'ਚ ਬੁਰਕੀ ਲੰਘਦੀ ਨਹੀਂ। ਐਨੀ ਦੁੱਖ ਦੀ ਘੜੀ ਹੈ। ਬਾਰ-ਬਾਰ ਦਿੱਲੀ ਤੋਂ ਮਾੜੀਆਂ ਖਬਰਾਂ ਆ ਰਹੀਆਂ ਨੇ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਹੈ। ਇਹ ਖਬਰ ਵੀ ਸਾਰੇ ਹਿੰਦੁਸਤਾਨ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਹੈ। ਸਤਿਗੁਰ ਕੀ ਦਿਸ਼ ਚਿਤਵਤ ਘਨੀ। ਉਸ ਵੇਲੇ ਸਾਧ ਸੰਗਤ ਜੀ, ਸਾਰੀ ਸੰਗਤ, ਸਾਰਾ ਸੰਸਾਰ ਗੁਰੂ ਤੇਗ ਬਹਾਦਰ ਸਾਹਿਬ ਵੱਲ, ਦਿੱਲੀ ਵੱਲ ਦੇਖ ਰਿਹਾ ਵੀ ਉੱਥੋਂ ਕੀ ਖਬਰ ਆਉਣੀ ਹੈ। ਕਹਾ ਕਰੀ ਹੈ ਪ੍ਰਭ ਜਗ ਧਨੀ। ਤੇ ਸਿੱਖ ਨਿਤਨੇਮ ਕਰਦੇ, ਬਾਣੀ ਪੜ੍ਹਦੇ, ਸਵੇਰੇ ਸ਼ਾਮ ਇਹੀ ਅਰਦਾਸਾਂ ਕਰਦੇ ਵੀ ਏ ਗੁਰੂ ਤੇਗ ਬਹਾਦਰ ਸਾਹਿਬ ਇਹ ਤੁਸੀਂ ਕੀ ਕੀਤਾ ਹੈ। ਸਾਰੀ ਜਗਤ ਦੇ ਮਾਲਕ ਹੋ ਤੁਸੀਂ ਮਹਾਰਾਜ, ਕਿਹੜੇ ਪਾਪੀਆਂ ਦੁਸ਼ਟਾਂ ਦੀ ਕੈਦ ਵਿੱਚ ਜਾ ਪਏ ਹੋ। ਇਹ ਮਹਾਰਾਜ ਤੁਸੀਂ ਹਿੰਦੂਆਂ ਦਾ ਭਾਰ ਆਪਣੇ ਸਿਰ ਕਿਉਂ ਚੁੱਕਿਆ ਹੈ। ਇੱਦਾਂ ਦੀਆਂ ਗੱਲਾਂ ਵਿਚਾਰੇ ਸਿੱਖ ਕਰਦੇ ਹਨ। ਸਾਸ ਨਿਕਟ ਦ੍ਰਿਗ ਤੇ ਜਲ ਛੋਰਤ। ਤੇ ਮਾਤਾ ਗੁਜਰੀ ਜੀ ਵੀ ਅੱਖਾਂ ਵਿੱਚੋਂ ਹੰਝੂ ਵਹਾਉਂਦੀ ਰਹਿੰਦੀ ਹੈ। ਆਪਣੀ ਸੱਸ ਮਾਤਾ ਨਾਨਕੀ ਦੇ ਕੋਲ ਬੈਠੀ ਹੋਈ ਹੋਨ ਹਾਰਨਾ ਹਨ ਕੋ ਮੋਰਤ। ਤੇ ਕਹਿੰਦੀ ਹੈ ਮਾਤਾ ਜੀ ਇਹ ਵੀ ਦਿਨ ਵੇਖਣੇ ਸੀ, ਇਹ ਵੀ ਟਾਈਮ ਆਉਣਾ ਸੀ ਵੀ ਜਦੋਂ ਅਸੀਂ ਛੋਟੇ ਜਿਹੇ ਪਿੰਡ 'ਚ ਬੈਠੇ ਹੋਏ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਮੌਤ ਦੇ ਮੂੰਹ 'ਚ ਬੈਠੇ ਹੋਏ ਨੇ ਜਾ ਕੇ। ਉਹ ਔਰੰਗਜ਼ੇਬ ਜਿਹੜਾ ਆਪਣੇ ਸੱਕੇ ਭਰਾਵਾਂ ਦਾ ਨਹੀਂ ਬਣਿਆ, ਜਿਹਨੇ ਆਪਣੇ ਪਿਓ ਨੂੰ ਨਹੀਂ ਬਖਸ਼ਿਆ, ਜਿਹੜਾ ਸੰਤਾਂ ਭਗਤਾਂ ਦਾ ਵੈਰੀ ਦੋਖੀ, ਧਰਮ ਦਾ ਦੋਖੀ ਹੈ, ਉਹਦੀ ਕੈਦ ਵਿੱਚ ਸਤਿਗੁਰੂ ਚਲੇ ਗਏ ਨੇ। ਇਸ ਗੱਲ ਦੀ ਮਾਤਾ ਗੁਜਰੀ ਜੀ ਆਪਣੀ ਸੱਸ ਨਾਲ ਚਿੰਤਾ ਜ਼ਾਹਰ ਕਰਦੀ ਹੈ। ਬ੍ਰਿਧਾ ਅਦਕ ਸਤ ਸੁਨਤ ਪ੍ਰਸੰਗ। ਤੇ ਉਹ ਵੀ ਮਾਤਾ ਨਾਨਕੀ ਵੀ ਬੜੀ ਬਿਰਧ ਹੋ ਚੁੱਕੀ, ਆਪਣੇ ਪੁੱਤਰ ਦੀ ਕੈਦ ਦੀਆਂ ਖਬਰਾਂ ਸੁਣ ਕੇ ਬਹੁਤ ਦੁਖੀ ਹੁੰਦੀ ਹੈ। ਸੰਕਟ ਦੀਰਘ ਵਿਆਪਤ ਅੰਗ। ਮਾਤਾ ਨਾਨਕੀ ਨੂੰ ਬੜਾ ਦੁੱਖ ਲੱਗਦਾ, ਇੱਕੋ ਇੱਕ ਪੁੱਤਰ ਰਹਿ ਗਿਆ ਸੀ, ਉਹ ਵੀ ਆਪਣੇ ਮਾਂ ਦੇ ਹੁੰਦਿਆਂ ਜਾ ਰਿਹਾ ਹੈ। ਐਸਾ ਸਮਾਂ ਜ਼ਿੰਦਗੀ 'ਚ ਰੱਬ ਕਰਕੇ ਨਾ ਆਵੇ, ਮਾਪਿਆਂ ਦੇ ਹੁੰਦਿਆਂ ਬੱਚਾ ਜਾਵੇ। ਇਹ ਕੋਈ ਵੀ ਪਰਿਵਾਰ ਹੋਵੇ, ਭਾਵੇਂ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕੋਈ ਵੀ ਧਰਮ ਕਿਸੇ ਕੌਮ ਦਾ ਹੋਵੇ, ਬੱਚੇ ਦਾ ਦੁੱਖ ਮਾਂ ਵਾਸਤੇ ਨਹੀਂ ਝੱਲਿਆ ਜਾਂਦਾ।
ਮਾਂ ਗੁਜਰੀ ਧੰਨ, ਮਾਤਾ ਨਾਨਕੀ ਵੀ ਧੰਨ, ਆਖੋ ਸ੍ਰੀ ਵਾਹਿਗੁਰੂ। ਦੋਵੇਂ ਸੱਸਾਂ ਨੋਹਾਂ ਬੈਠੀਆਂ ਹਨ, ਟਿੱਗ ਮਸੰਦ ਜੇਠਾ ਸਮਝਾਵੈ। ਕੋਲ ਜੇਠਾ ਮਸੰਦ ਬੈਠਾ ਮਾਤਾ ਜੀ ਨੂੰ ਹੌਸਲਾ ਦਿੰਦਾ ਹੈ। ਸਤਿਗੁਰ ਕਰਹਿ ਜਥਾ ਉਰ ਭਾਵੈ। ਮਾਤਾ ਜੀ ਹੌਸਲਾ ਰੱਖੋ, ਜੋ ਮਹਾਰਾਜ ਨੂੰ ਮਨਜ਼ੂਰ ਹੈ ਹੋਣਾ ਤੇ ਉਹੀ ਹੈ। ਇਹ ਗੁਰੂ ਸਾਹਿਬ ਦੀ ਆਪਣੀ ਮਰਜ਼ੀ ਹੈ, ਉਹਨਾਂ ਨੇ ਆਪ ਹੀ ਇਹ ਕੌਤਕ ਰਚਾਇਆ ਹੈ। ਤਉ ਅੰਤ ਤਨ ਕੋ ਨਿਜ ਜਾਨ। ਫਿਰ ਵੀ ਗੁਰੂ ਸਾਹਿਬ ਜੀ ਨੇ ਆਪਣੇ ਸਰੀਰ ਦਾ ਅੰਤ ਸਮਾਂ ਨੇੜੇ ਜਾਣ ਕੇ ਤੁਰਕ ਤੇਜ ਕੋ ਚਾਹਤ ਹਾਨ। ਮਹਾਰਾਜ ਤੁਰਕਾਂ ਦਾ ਨਾਸ ਕਰਨਾ ਚਾਹੁੰਦੇ ਨੇ। ਇਹਨਾਂ ਔਰੰਗਜ਼ੇਬ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੁਮ ਕਹ ਹੋਤ ਸਨੇਹ ਕਨੇਰੇ। ਤੇ ਮਾਤਾ ਜੀ ਤੁਸੀਂ ਮਾਤਾ ਹੋ, ਤੁਹਾਨੂੰ ਤਾਂ ਮੋਹ ਹੋਣਾ ਹੀ ਹੈ। ਹਰ ਇੱਕ ਮਾਂ ਨੂੰ ਹੁੰਦਾ ਆਪਣੇ ਪੁੱਤਰ ਦੇ ਨਾਲ, ਗੁਰ ਕੇ ਹਰਖ ਸ਼ੋਕ ਨਹਿ ਨੇਰੇ। ਪਰ ਗੁਰੂ ਸਾਹਿਬ ਦੇ ਨੇੜੇ ਹਰਖ ਸੋਗ ਨਹੀਂ ਆਉਂਦਾ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹ ਦੁੱਖ ਸੁੱਖ ਤੋਂ ਨਿਆਰੇ ਹਨ। ਤਉ ਤਿਨ ਹੋ ਕੇ ਨਿਤ ਅਨਸਾਰੀ। ਆ ਮਾਤਾ ਜੀ ਤੁਸੀਂ ਸਾਰੇ, ਆਪਾਂ ਜਿੰਨੇ ਵੀ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਦੀ ਆਗਿਆ ਵਿੱਚ ਹੀ ਰਹਿਣਾ ਪਵੇਗਾ। ਰਹਿਬੋ ਆਛੀ ਹਿਰਦਾ ਵਿਚਾਰੀ। ਆਪਾਂ ਭਾਵੇਂ ਵੱਡੇ ਆ ਛੋਟੇ ਆ, ਗੁਰੂ ਦੇ ਰਿਸ਼ਤੇਦਾਰ ਆ, ਗੁਰੂ ਦੇ ਸਿੱਖ ਹਾਂ, ਪਰ ਗੁਰੂ ਦੀ ਆਗਿਆ ਤੋਂ ਬਾਹਰ ਨਹੀਂ ਨਾ ਜਾ ਸਕਦੇ। ਇਸ ਕਰਕੇ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਖੇਡ ਨੂੰ ਮੰਨਣਾ ਹੀ ਪਵੇਗਾ। ਤਿੰਨ ਸਥਾਨ ਅਬ ਸਾਹਿਬਜ਼ਾਦਾ। ਉਹਨਾਂ ਦੀ ਥਾਂ ਤੇ ਹੁਣ ਸਾਹਿਬਜ਼ਾਦੇ ਵੱਲ ਵੇਖੋ। ਇਹ ਸਾਹਿਬਜ਼ਾਦੇ ਦੀ ਪਾਲਣਾ ਕਰੋ, ਇਹਨੂੰ ਹੌਸਲਾ ਦਿਓ, ਇਹਨੂੰ ਤੁਸੀਂ ਪਾਲੋ, ਤਗੜਾ ਕਰੋ, ਤਾਂ ਕਿ ਆਪਣੇ ਪਿਤਾ ਦੀ ਥਾਂ ਤੇ ਇਹ ਸਿੱਖੀ ਮੰਡਲ ਦਾ ਮਾਲਕ ਬਣ ਕੇ ਸਾਰੇ ਸਮਾਜ ਦੀ ਅਗਵਾਈ ਕਰ ਸਕੇ। ਪ੍ਰਤਪਾਰ ਹੋ ਸਭ ਦੇ ਅਹਲਾਦਾ। ਇਹਨੂੰ ਪਾਲੋ ਪੋਸੋ, ਜਵਾਨ ਕਰੋ, ਇਹ ਤੁਹਾਨੂੰ ਖੁਸ਼ੀਆਂ ਦੇਵੇਗਾ। ਜਥਾ ਕਹਿ ਕਰਿਯਹ ਤਿਮ ਬਾਤੀ। ਜਿਵੇਂ ਇਹ ਕਹਿੰਦਾ ਉਵੇਂ ਕਰੀਏ। ਦੇਖਤ ਰਹੀਯਹ ਸੀਤਲ ਛਾਤੀ। ਔਰ ਇਹਨੂੰ ਦੇਖਦੇ ਰਹੋ ਤੇ ਮਨ ਠੰਡਾ ਰਹੇਗਾ। ਕਬ ਕਬ ਜੇਠਾ ਕਹਿ ਪਰਚਾਵੈ। ਕਦੀ ਕਦੀ ਜੇਠਾ ਮਸੰਦ ਮਾਤਾ ਜੀ ਨੂੰ ਹੌਸਲਾ ਦੇ ਕੇ ਇਦਾਂ ਦੀਆਂ ਗੱਲਾਂ ਕਰਕੇ ਚੁੱਪ ਕਰਾਉਂਦਾ ਹੈ। ਸਕਲ ਵਿਦਿਅਨ ਕੀ ਸੇਵ ਕਮਾਵੈ। ਔਰ ਬੜੀ ਸੇਵਾ ਕਰਦਾ ਹੈ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ। ਅਪਰ ਕਥਾ ਲਖਨੌਰ ਜਕੀਨ। ਉਹ ਲਖਨੌਰ ਦੇ ਵਿੱਚ ਜਿਹੜੇ ਕੌਤਕ ਕੀਤੇ ਸਾਧ ਸੰਗਤ ਜੀ, ਵਰਣਨ ਕਰੋ ਪ੍ਰੇਮ ਰਸ ਪੀਨ। ਉਹ ਵੀ ਕਵੀ ਜੀ ਵਰਣਨ ਕਰਨਗੇ ਤੇ ਫਿਰ ਆਨੰਦਪੁਰ ਸਾਹਿਬ ਜਾਣ ਦੀ ਕਥਾ ਬਿਆਨ ਕਰਨਗੇ। ਇਹ ਕਥਾ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।